ਸੰਗਤ ਟੈਲੀਵਿਜ਼ਨ ਦੇਖ ਰਹੇ ਦਰਸ਼ਕ ਜਨੋਂ, ਦਾਸ ਭਾਈ ਨਰਿੰਦਰ ਸਿੰਘ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜੱਗ ਮੈਂ ਚਾਨਣ, ਜੋ ਲੜੀਵਾਰ ਕਥਾ ਵਿਚਾਰ ਚੱਲ ਰਹੇ ਨੇ। ਦਾਸ ਦਾ ਸਾਥ ਦੇਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਪਹੁੰਚੇ ਨੇ ਸਰਦਾਰ ਨਿਰਪਾਲ ਸਿੰਘ ਜੀ ਪਰਦੇਸੀ, ਵਾਹਿਗੁਰੂ। ਲੰਡਨ ਸਟੂਡੀਓ ਵਿੱਚ ਹਾਜ਼ਰ ਨੇ। ਆਓ ਉਹਨਾਂ ਦੇ ਨਾਲ ਫਤਿਹ ਸਾਂਝੀ ਕਰਕੇ ਆਪਾਂ ਲੜੀਵਾਰ ਵਿਚਾਰ ਸ਼ੁਰੂ ਕਰਾਂਗੇ। ਸੋ ਪਰਦੇਸੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰੇਮੀ ਜਨੋਂ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਸ਼੍ਰੀ ਰਾਗ ਦੇ ਵਿੱਚ ਲੜੀਵਾਰ ਵਿਚਾਰ ਚਲਦਿਆਂ ਆਪਾਂ ਪਹੁੰਚੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਗ 35 ਤੇ। ਗੁਰਬਾਣੀ ਵਿਚਾਰ ਦੇ ਨਾਲ ਨਾਲ ਜੋ ਸਾਰੇ ਸੰਸਾਰ ਦੇ ਵਿੱਚ ਜ਼ਿਮੀਂਦਾਰ ਭਰਾ, ਕਿਸਾਨ ਔਰ ਹੋਰ ਫਿਰਕਿਆਂ ਦੇ ਜੋ ਬੰਦੇ ਨੇ, ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਆਪਣੇ ਹੱਕ ਲੈਣ ਵਾਸਤੇ ਇਸ ਵੇਲੇ ਸੀਸ ਤਲੀ ਤੇ ਰੱਖੇ ਹੋਏ ਨੇ। ਵਾਹਿਗੁਰੂ। ਤੇ ਜਿਹੜੇ ਉਸ ਸੰਘਰਸ਼ ਦੇ ਵਿੱਚ ਸਰਗਰਮ ਨੇ ਕਿ ਸਾਡੇ ਜੋ ਮੌਲਿਕ ਅਧਿਕਾਰ ਨੇ, ਜੋ ਸੰਸਾਰ ਦੇ ਵਿੱਚ ਸਾਨੂੰ ਚਾਹੀਦੇ ਨੇ, ਉਹਨਾਂ ਦੀ ਲੜਾਈ ਲੜੀ ਜਾ ਰਹੀ ਹੈ ਬੜੀ ਸ਼ਾਂਤੀ ਦੇ ਨਾਲ, ਸ਼ਾਂਤੀਪੂਰਵਕ। ਸੋ ਉਹਨਾਂ ਦੀ ਮਦਦ ਵਾਸਤੇ ਸੰਗਤ ਟੈਲੀਵਿਜ਼ਨ ਦੇ ਪ੍ਰਬੰਧਕ ਅਤੇ ਸੰਗਤਾਂ ਕਿ ਕਿਤੇ ਕਿਸੇ ਪਾਸੇ ਤੋਂ ਉਹ ਡੋਲ ਨਾ ਜਾਣ। ਇਸ ਵੇਲੇ ਗੁਰ ਥਾਪੀ ਦਿੱਤੀ ਕੰਢ ਜੀਓ, ਉਹਨਾਂ ਨੂੰ ਥਾਪੜਾ ਦੇਣ ਵਾਸਤੇ ਵਾਹਿਗੁਰੂ ਸੰਗਤਾਂ ਬਿਲਕੁਲ ਸਰਗਰਮ ਨੇ। ਤੇ ਸੰਗਤ ਟੈਲੀਵਿਜ਼ਨ ਵੱਲੋਂ ਇਹ ਬੇਨਤੀ ਹੈ ਕਿ ਕੋਈ ਵੀ ਇਸ ਸੇਵਾ ਤੋਂ ਵਾਂਝਾ ਨਾ ਰਹੇ। ਵਾਹਿਗੁਰੂ। ਅਸੀਂ ਉਹਨਾਂ ਨੂੰ ਹੌਸਲਾ ਦੇਣਾ ਹੈ। ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਜੋ ਸੰਗਤ ਟੈਲੀਵਿਜ਼ਨ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਰਿਸੈਪਸ਼ਨ 'ਤੇ ਟੈਲੀਫੋਨ ਕਰ ਸਕਦੇ ਹੋ। ਜੋ ਸਕਰੀਨ 'ਤੇ ਨੰਬਰ ਚੱਲ ਰਿਹਾ ਹੈ, ਡਾਇਲ ਕਰੋ ਅਤੇ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਉਹਨਾਂ ਨੂੰ ਆਪਾਂ ਸਟਰੋਂਗ ਕਰੀਏ, ਉਹਨਾਂ ਦੇ ਹੌਸਲੇ ਬੁਲੰਦ ਹੋਣ। ਇਸ ਵੇਲੇ ਇਹ ਲੜਾਈ ਪੁਰਜ਼ੋਰਾਂ 'ਤੇ ਹੈ। ਅਤੇ ਗੁਰੂ ਪਿਆਰਿਓ, ਅਸੀਂ ਬਾਹਰ ਜੋ ਸੰਗਤਾਂ ਬੈਠੀਆਂ ਨੇ, ਭਾਵੇਂ ਕਿ ਅਸੀਂ ਇਹ ਬਿਆਨ ਦੇ ਰਹੇ ਕਿ ਤੁਹਾਡੇ ਨਾਲ ਹਾਂ, ਪਰ ਇਹ ਸਿਰਫ ਕਹਿਣ ਦੇ ਨਾਲ ਗੱਲ ਨਹੀਂ ਬਣਨੀ, ਕੁਝ ਕਰਨਾ ਪਵੇਗਾ। ਜੋ ਕੁਝ ਵੀ ਆਪ ਕਰ ਸਕਦੇ ਹੋ। ਸੋ ਸੰਗਤ ਟੈਲੀਵਿਜ਼ਨ ਦਾ ਸਾਥ ਦਿਓ ਤਾਂ ਕਿ ਆਪਾਂ ਵੱਧ ਤੋਂ ਵੱਧ ਜੋ ਇਸ ਵੇਲੇ ਸੰਘਰਸ਼ ਦੇ ਵਿੱਚ ਵੀਰ ਨੇ, ਉਹਨਾਂ ਦੀ ਆਪਾਂ ਸਹਾਇਤਾ ਕਰ ਸਕੀਏ। ਸੋ ਆਓ, ਜਿੱਥੇ ਆਪਾਂ ਇਹ ਸੇਵਾ ਕਰਨੀ ਹੈ ਉੱਥੇ ਨਾਲ ਨਾਲ ਆਪਾਂ ਗੁਰਬਾਣੀ ਵਿਚਾਰ ਦੇ ਨਾਲ ਵੀ ਜੁੜਨਾ ਹੈ। ਸੋ ਅੱਜ ਦਾ ਜੋ ਸ਼ਬਦ ਹੈ ਉਹ ਬੇਨਤੀ ਹੈ ਪਰਦੇਸੀ ਜੀ ਨੂੰ ਕਿ ਉਹ ਆਪ ਸ਼ੁਰੂ ਕਰੋ ਤਾਂ ਕਿ ਗੁਰਬਾਣੀ ਦੇ ਵਿਚਾਰ ਦੇ ਨਾਲ ਨਾਲ ਆਪਾਂ ਇਹ ਸੰਗਤ ਦੀ ਸੇਵਾ ਵੀ ਕਰ ਸਕੀਏ ਅਤੇ ਉਹਨਾਂ ਪ੍ਰੇਮੀ ਜਨਾਂ ਦੀ ਵੀ ਸੇਵਾ ਕਰ ਸਕੀਏ, ਉਹਨਾਂ ਨੂੰ ਹੌਸਲਾ ਦਈਏ ਤਾਂ ਕਿ ਉਹ ਕਿਸੇ ਪਾਸੇ ਤੋਂ ਕਮਜ਼ੋਰ ਨਾ ਹੋਣ। ਇਸ ਕਰਕੇ ਗੁਰਬਾਣੀ ਦੇ ਵਿੱਚ ਇਹ ਐਸੀ ਤਾਕਤ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਸੇਵਾ ਦਾ ਕਨਸੈਪਟ ਬਹੁਤ ਵੱਡਾ ਹੈ। ਸੇਵਾ ਕਰੋ। ਜਿਨ੍ਹਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਹੈ, ਆਪਣੇ ਜੀਵਨ ਵਿੱਚ ਕਾਮਯਾਬ ਹੋਏ ਨੇ। ਇਹ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ। ਬਾਣੀ ਬਿਰਲੋ ਕੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।
ਸੋ ਆਓ ਬੜੇ ਪਿਆਰ ਦੇ ਨਾਲ ਜੋ ਅੱਜ ਦਾ ਸ਼ਬਦ ਹੈ ਉਹ ਆਪਾਂ ਪਰਦੇਸੀ ਜੀ ਪਾਸੋਂ ਸਰਵਣ ਕਰਦੇ ਹਾਂ ਜੀ। ਹਾਂਜੀ। ਵਾਹਿਗੁਰੂ ਜੀ। ਸੰਗਤ ਜੀ, ਗੁਰਬਾਣੀ ਇਸ ਜਗ ਮੇਂ ਚਾਨਣ ਕਰਮ ਵਸੇ ਮਨੇ ਆਏ। ਹਫਤਾਵਾਰੀ ਪ੍ਰੋਗਰਾਮ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਹਰ ਹਫਤੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੇ ਹਾਂ। ਅੱਜ ਵੀ ਦਾਸ ਸੰਗੀ ਨਰਿੰਦਰ ਸਿੰਘ ਜੀ ਨਾਲ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੈ। ਆਪ ਜੀ ਫਤਿਹ ਬਖਸ਼ ਕੇ ਅਸੀਸ ਦਿਓ। ਸਤਿਗੁਰਾਂ ਜੀ ਦੀ ਬਾਣੀ ਦੇ ਅਰਥ ਅਸੀਂ ਗੁਰਮਤਿ ਤੇ ਸਤਿਗੁਰਾਂ ਦੀ ਕਿਰਪਾ ਲੈ ਕੇ ਕਰ ਸਕੀਏ। ਫਤਿਹ ਦੀ ਪ੍ਰਵਾਨਗੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸ੍ਰੀ ਰਾਗ ਮਹਿਲਾ ਤੀਜਾ। ਸ੍ਰੀ ਰਾਗ ਵਿੱਚ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 35 ਉੱਤੇ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹਿਲਾ ਤੀਜਾ। ਆਪਣਾ ਭਾਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ। ਦੁਬਿਧਾ ਮੈਲ ਚੁਕਾਇਨ ਹਰ ਰਾਖਿਆ ਉਰ ਧਾਰ। ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਇੱਕ ਹੁਣ ਸਤਿਗੁਰੂ ਜੀ ਰਹਾਓ ਬੰਦ ਵਿੱਚ ਕਿਰਪਾ ਬਖਸ਼ ਰਹੇ ਨੇ। ਮਨ ਮੇਰੇ ਹਉਮੈ ਮਹਿਲ ਭਰ ਨਾਲ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨਹਾਰ ਰਹਾਓ। ਗੁਰੂ ਪਿਆਰਿਓ, ਆਪ ਜੀ ਜਾਣੂ ਹੋ, ਰਹਾਓ ਵਿੱਚ ਸਤਿਗੁਰੂ ਜੀ ਉਪਦੇਸ਼ ਦੇ ਮੁੱਖ 'ਤੇ ਸਾਨੂੰ ਕੇਂਦਰਿਤ ਕਰਦੇ ਨੇ ਅਤੇ ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਨ ਮੇਰੇ ਹਉਮੈ ਮੈਲ ਭਰ ਨਾਲ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਇਹ ਮਨ ਜੋ ਇਸ ਮਾਤ ਲੋਕ ਵਿੱਚ, ਇਸ ਧਰਤੀ 'ਤੇ ਜੋ ਇਹ ਮਨ ਸਿਆਣਾ ਹੋਣਾ ਸ਼ੁਰੂ ਕਰਦਾ ਹੈ, ਇਹ ਹਉਮੈ ਅਤੇ ਵਿਕਾਰਾਂ ਦੇ ਨਾਲ ਗ੍ਰਸਿਤ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਚੁਗਲੀ, ਦੁਬਿਧਾ, ਪਖੰਡ, ਕਈ ਤਰ੍ਹਾਂ ਦੇ ਵਿਕਾਰਾਂ ਦੇ ਨਾਲ ਇਹ ਮਨ ਸਹਿਜੇ ਹੀ ਗ੍ਰਸਿਤ ਹੁੰਦਾ ਹੈ। ਅਤੇ ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨਹਾਰ। ਅਤੇ ਗੁਰੂ ਪਿਆਰਿਓ, ਮੇਰੇ ਕੱਲ੍ਹ ਦੇ ਕਰਮਾਂ ਤੋਂ ਜੋ ਮੈਨੂੰ ਅੱਜ ਮਿਲਿਆ ਹੈ ਅਤੇ ਮੈਂ ਆਪਣੇ ਸਤਿਗੁਰਾਂ ਨਾਲ ਮਿਲਿਆ ਹਾਂ, ਇਹ ਸ਼ਬਦ ਮੈਨੂੰ ਉਸ ਹਉਮੈ, ਉਹਨਾਂ ਵਿਕਾਰਾਂ 'ਚੋਂ ਮੁਕਤ ਕਰਕੇ ਅਤੇ ਮੇਰੇ ਇਸ ਜੋਤ ਨੂੰ ਸਵਾਰਨ ਵਿੱਚ ਇਹ ਸ਼ਬਦ ਹੀ ਇੱਕ ਐਸਾ ਮਾਧਿਅਮ ਹੈ, ਇੱਕ ਐਸਾ ਸਤਿਗੁਰੂ ਹੈ ਜੋ ਇਸ ਮੇਰੇ ਮਨ ਨੂੰ ਉਸ ਜੋਤ ਵਿੱਚ ਮਿਲਣ ਦੇ ਵਾਸਤੇ ਤਿਆਰੀ ਬਖਸ਼ਦਾ ਹੈ। ਇਹ ਮਹਿਲਾ ਹੋਇਆ, ਇਹ ਵਿਕਾਰਾਂ ਨਾਲ ਭਰਿਆ ਹੋਇਆ ਮਨ ਇਸ ਸ਼ਬਦ ਨਾਲ ਹੀ ਸਵਰਨਾ ਸ਼ੁਰੂ ਹੁੰਦਾ ਹੈ। ਇੱਥੇ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਹੋਏ ਮੁੱਖ ਕੇਂਦਰ 'ਤੇ ਉਪਦੇਸ਼ ਸਾਨੂੰ ਹੁਣ ਬਖਸ਼ਦੇ ਨੇ। ਆਪਣਾ ਭਾਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। ਅਤੇ ਪਿਆਰਿਓ, ਉਹ ਜੋਤ ਤੇ ਮੇਰੇ ਅੰਦਰ ਹੈ ਨਾ, ਉਸ ਨੂੰ ਮੈਂ ਕਿਵੇਂ ਪਾਵਾਂਗਾ? ਜਿਨ੍ਹਾਂ ਨੇ ਗੁਰ ਕਾ ਸ਼ਬਦ ਨੂੰ ਵਿਚਾਰਿਆ ਹੈ, ਜਿਨ੍ਹਾਂ ਨੇ ਕਿਸੇ ਵੀ ਕੋਲੋਂ ਕੁਛ ਸੀਖ ਲਿੱਤੀ ਹੈ ਚੰਗੀ, ਉਹਨੂੰ ਸਤਿਕਾਰ ਦਿੱਤਾ ਹੈ। ਕਿਉਂਕਿ ਸਤਿਗੁਰੂ ਜੀ ਤੇ ਕਹਿੰਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਹੈ। ਜਿਹਦੇ ਕੋਲੋਂ ਮੈਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਉਹਨੂੰ ਸਤਿਕਾਰ ਦਿਓ। ਮੱਛੀ ਤੋਂ ਪ੍ਰੀਤ ਸਿੱਖਣ ਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ, ਪ੍ਰੇਰਨਾ ਬਖਸ਼ਦੇ ਨੇ। ਮੱਛੀ ਜਿਵੇਂ ਬਾਹਰ ਨਿਕਲਦੀ ਹੈ, ਪਾਣੀ ਦੇ ਬਗੈਰ ਮਰ ਜਾਂਦੀ ਹੈ, ਇੱਦਾਂ ਦੀ ਪ੍ਰੀਤ ਮਹਾਰਾਜ ਸਹਿਜੇ ਸਹਿਜੇ ਸਿੱਖ ਲਈਏ। ਮਹਾਰਾਜ ਕੁੱਤੇ ਤੋਂ ਸਾਨੂੰ ਵਫਾਦਾਰੀ ਸਿਖਾਉਣ ਦੇ ਪ੍ਰੇਰਦੇ ਨੇ। ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਵਫਾਦਾਰੀ 'ਚ ਆਪਣੀ ਜਾਨ ਤੱਕ ਦੇ ਦਿੰਦਾ ਹੈ। ਉੱਥੋਂ ਅਸੀਂ ਵਫਾਦਾਰੀ ਸਿੱਖੀਏ। ਅਤੇ ਮਹਾਰਾਜ ਕਹਿੰਦੇ ਨੇ, ਜਦੋਂ ਇੱਦਾਂ ਸਿੱਖਦੇ ਸਿੱਖਦੇ ਮੈਂ ਸਤ ਸੰਗਤੀ ਵਿੱਚ ਆਉਣਾ ਹਾਂ।
ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਤੇ ਪਿਆਰਿਓ, ਜਿੱਥੇ ਸੱਤ ਆ ਜਾਂਦਾ ਹੈ, ਸਾਧ ਸੰਗਤ ਸਾਨੂੰ ਕਿਤੇ ਵੀ ਮਿਲ ਸਕਦੀ ਹੈਗੀ ਹੈ, ਜਿਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਔਗਣ ਬੜੇ ਹੈਗੇ ਨੇ, ਕਿਤੇ ਨਾ ਕਿਤੇ ਗੁਣ ਜ਼ਰੂਰ ਹੈ। ਜਿੱਥੇ ਸੱਤ ਆ ਜਾਂਦਾ ਹੈਗਾ, ਸੱਸਾ ਤੱਤਾ ਸੱਤ ਸੰਗਤੀ, ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਤੇ ਪਿਆਰਿਓ, ਇਸ ਧਰਤੀ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦਾਂ ਦੀ ਸਤ ਸੰਗਤ ਤੋਂ ਇਲਾਵਾ ਉੱਚੀ ਹੋਰ ਕੋਈ ਸੰਗਤ ਨਹੀਂ। ਇਸ ਤੋਂ ਨਹੀਂ ਕਹਿ ਰਿਹਾ ਪਿਆਰਿਓ ਕਿ ਮੈਂ ਸ਼ੁਕਰ ਜਨਮ ਤੋਂ ਹੀ ਗੁਰੂ ਜੀ ਮਹਾਰਾਜ ਦੀ ਕਿਰਪਾ ਲੈ ਰਿਹਾ। ਜਿਨ੍ਹਾਂ ਨੂੰ ਮੱਥਾ ਟੇਕਦੇ ਹੋ ਪਿਆਰਿਓ, ਉਹਦੇ 'ਚ ਮੁਸਲਮਾਨ ਭਰਾ ਵੀ ਆਪਣੇ ਉਪਦੇਸ਼ ਲੈ ਕੇ ਬੈਠੇ ਨੇ, ਹਿੰਦੂ ਭਰਾ ਵੀ ਆਪਣੇ ਉਪਦੇਸ਼ ਲੈ ਕੇ ਬੈਠੇ ਨੇ। ਜਿਨ੍ਹਾਂ ਨੂੰ ਅਸੀਂ ਨੀਚ ਜਾਤ ਕਹਿੰਦੇ ਹਾਂ, ਚਮਾਰ ਰਵਿਦਾਸ ਜੀ, ਉਹ ਵੀ ਆਪਣੇ ਉਪਦੇਸ਼ ਲੈ ਕੇ ਬੈਠੇ ਨੇ, ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਗੱਲ ਕੀਤੀ ਹੈ। ਤੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੱਚ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ। ਤੇ ਜਦੋਂ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਤੇ ਜਦੋਂ ਮੈਂ ਸ਼ਬਦ ਨਾਲ ਸੰਗਤੀ ਹੁੰਦਾ ਵਾਂ, ਸ਼ਬਦ ਨਾਲ ਮੇਰਾ ਸੰਗ ਪੈਂਦਾ ਹੈ, ਤੇ ਸਤਿਗੁਰੂ ਜੀ ਜੋ ਮੈਨੂੰ ਉਪਦੇਸ਼ ਬਖਸ਼ਦੇ ਨੇ, ਉਹ ਸੱਚੇ ਨੇ, ਉਹ ਸੰਪੂਰਨ ਨੇ। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਜੋ ਆਪ ਮੁਕਤ ਹੈ, ਉਹੀ ਮੈਨੂੰ ਮੁਕਤ ਕਰ ਸਕਦਾ ਹੈ, ਦੁਨਿਆਵੀ ਵਿਕਾਰਾਂ ਤੋਂ ਵੀ, ਤੇ ਇਸ ਵਿਛੜੀ ਹੋਈ ਦੇਹ ਨੂੰ ਵੀ ਉੱਥੇ 'ਚ ਜਾ ਕੇ ਜੋਤੀ ਜੋਤ ਰਲਣ ਦੀ ਸੰਪੂਰਨਤਾ ਸ਼ਬਦ ਤੋਂ ਹੀ ਮਿਲ ਸਕਦੀ ਹੈਗੀ ਹੈ। ਇੱਥੇ ਮਹਾਰਾਜ ਹੁਣ ਬਖਸ਼ਿਸ਼ ਕਰਦੇ ਨੇ, ਦੁਬਦਾ ਮਹਿਲ ਚੁਕਾਇਨ ਹਰ ਰਾਖਿਆ ਉਰ ਧਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਇਸ ਸੱਚੀ ਬਾਣੀ ਨਾਲ, ਸੱਚੇ ਮਨ ਨਾਲ ਗੁਰੂ ਤੋਂ ਪ੍ਰੀਤ ਮੰਗ ਲਈਏ, ਪਿਆਰ ਪੈ ਜਾਏ, ਫਿਰ ਇਹ ਦੁਬਿਧਾ, ਇਹ ਮਹਿਲ, ਇਹ ਸਭ ਚੁੱਕ ਜਾਣੀਆਂ। ਸਹਿਜੇ ਸਹਿਜੇ ਮੇਰੇ ਸਤਿਗੁਰਾਂ ਨੇ ਕਿਰਪਾ ਕਰਨੀ ਹੈ। ਕਰਮ ਮੇਰਾ ਜ਼ਰੂਰ ਹੈ, ਕਿਰਪਾ ਮੇਰੇ ਸਤਿਗੁਰਾਂ ਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਮੇਰੇ ਸਤਿਗੁਰੂ ਜੀ ਸਾਨੂੰ ਇੱਕ ਇੱਕ ਸ਼ਬਦ ਵਿੱਚ ਸੇਧ ਬਖਸ਼ ਰਹੇ ਨੇ ਕਿ ਮੈਨੂੰ ਆਪਣੇ ਕਰਮਾਂ ਵੱਲ ਧਿਆਨ ਦੇਣਾ ਹੈ, ਆਪਣੇ ਸਤਿਗੁਰਾਂ ਦੇ ਸ਼ਬਦਾਂ ਤੋਂ ਸੇਧ ਲੈ ਕੇ ਉਹਨਾਂ ਕਰਮਾਂ 'ਤੇ ਪਹਿਰਾ ਦੇਣਾ ਹੈ। ਫੈਸਲਾ ਫਿਰ ਮੇਰੇ ਸਤਿਗੁਰਾਂ ਦੇ ਹੱਥ 'ਚ ਹੈ। ਗੁਰੂ ਪਿਆਰਿਓ, ਅੱਜ ਦੇ ਸਮੇਂ 'ਚ ਜੋ ਸਾਡੇ ਭਰਾ ਬੈਠੇ ਨੇ, ਉਹ ਵੀ ਹੱਕ ਤੇ ਸੱਚ ਕਰਕੇ ਬੈਠੇ ਨੇ। ਸੋ ਜਿੱਥੇ ਆਪ ਜੀ ਨੂੰ ਸੱਚ ਨਜ਼ਰ ਆਵੇ, ਉੱਥੇ ਆਪ ਜੀ ਡਟ ਕੇ ਖੜੇ ਹੋ, ਕਿਉਂਕਿ ਗੁਰੂ ਨਾਨਕ ਨਾਮ ਲੇਵਾ ਹੋ। ਤੋ ਸੰਗਤ ਨੂੰ ਬੇਨਤੀ ਹੈ, ਆਪਣੀ ਮਾਇਆ ਰਾਹੀਂ, ਆਪਣੇ ਸ਼ਬਦ ਦੀ ਕਮਾਈ ਕਰਕੇ, ਘੜੀਐ ਸ਼ਬਦ ਸੱਚੀ ਟਕਸਾਲ, ਕੁਛ ਘੜ ਕੇ ਉਹਨਾਂ ਵਾਸਤੇ ਅਰਦਾਸ ਕਰਕੇ ਇਹਦੇ ਵਿਚਕਾਰ ਹਿੱਸਾ ਪਾਓ। ਇੱਥੇ ਸਤਿਗੁਰੂ ਜੀ ਰਹਾਓ ਵਿੱਚ ਪਹਿਲਾ ਬੰਦ ਸੰਪੂਰਨ ਬਖਸ਼ਦੇ ਨੇ ਜੀ। ਵਾਹਿਗੁਰੂ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਪਰਦੇਸੀ ਸਾਹਿਬ ਨੇ ਬੜੇ ਪਿਆਰ ਦੇ ਨਾਲ ਅੱਜ ਦਾ ਜੋ ਸ਼ਬਦ ਹੈ, ਜਿਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਿਆਰ ਦੀ ਗੱਲ ਸਮਝਾਉਂਦੇ ਨੇ। ਇੱਕ ਹੈ ਨਿਰਮਲ ਭਾਉ, ਨਿਰਮਲ ਪਿਆਰ। ਇਹ ਨਿਰਮਲ ਭਾਉ ਦਾ ਭਾਵ ਡਰ। ਇਹ ਕੋਈ ਜ਼ਾਲਮ ਵਾਲਾ ਡਰ ਨਹੀਂ ਹੋ, ਪਿਆਰ ਵਾਲਾ ਡਰ ਹੈ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਇਹ ਡਰ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਹੈ। ਵਾਹਿਗੁਰੂ। ਇੱਕ ਉਹ ਡਰਦੇ ਨੇ, ਡਰਦੇ ਹਰ ਹਰ ਕਰਦੇ, ਵਾਹਿਗੁਰੂ। ਉਹ ਡਰ ਨਹੀਂ ਹੋ, ਕਿਉਂਕਿ ਸਤਿਗੁਰੂ ਕੋਈ ਜ਼ਾਲਮ ਨਹੀਂ ਹੋ। ਵਾਹਿਗੁਰੂ। ਸਤਿਗੁਰੂ ਤੇ ਪ੍ਰੇਮ ਦੇ ਭੁੱਖੇ ਨੇ। ਇਹ ਪ੍ਰੇਮ ਦਾ ਭਾਉ ਹੈ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਇਹ ਗੁਰਬਾਣੀ ਦੀ ਵਿਚਾਰ ਆਪਣੇ ਹਿਰਦੇ ਅੰਦਰ ਵਸਾਈ ਹੈ, ਸਤਿਗੁਰੂ ਪਾਤਸ਼ਾਹ ਉਹਨਾਂ ਪ੍ਰੇਮੀ ਜਨਾਂ ਦੀ ਗੱਲ ਕਰਦੇ ਨੇ। ਐਸੇ ਪ੍ਰੇਮੀ ਜਨ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਸਤ ਸੰਗਤ ਕਰਦੇ ਨੇ। ਜਿੱਥੇ ਸਤ ਦੀਆਂ ਗੱਲਾਂ ਹੁੰਦੀਆਂ ਨੇ, ਜਿੱਥੇ ਸੱਚ ਦੀਆਂ ਗੱਲਾਂ ਹੁੰਦੀਆਂ ਨੇ, ਜਿੱਥੇ ਹੱਕ ਦੀਆਂ ਗੱਲਾਂ ਹੁੰਦੀਆਂ ਨੇ, ਐਸੇ ਗੁਰੂ ਦੇ ਪਿਆਰੇ ਜੋ ਆਪਣੇ ਅਧਿਕਾਰ ਲੈਣ ਵਾਸਤੇ
ਕਿਸੇ ਵੀ ਢੰਗ ਦੇ ਨਾਲ ਗੁਰੂ ਪਿਆਰਿਓ, ਇੱਕ ਆਪਾਂ ਛੋਟਾ ਬੱਚਾ ਵੀ ਵੇਖਦੇ ਆ ਨਾ, ਉਸ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤੇ ਉਹ ਆਪਣੇ ਮਾਂ-ਬਾਪ ਦੇ ਕੋਲੋਂ ਪਹਿਲਾਂ ਤੇ ਬੜੇ ਪਿਆਰ ਨਾਲ ਮੰਗਦਾ ਹੈ, ਆਣ ਕੇ ਮਾਂ ਪਿਓ ਨੂੰ ਆਪਣੀ ਗਲਵਕੜੀ ਵਿੱਚ ਲੈਂਦਾ ਹੈ ਕਿ ਇਹਨਾਂ ਦਾ ਮਨ ਪਤੀਜ ਜਾਵੇ ਤੇ ਜਿਹੜਾ ਮੈਨੂੰ ਟੋਆਏ ਚਾਹੀਦਾ ਨਾ ਉਹ ਲੈ ਦੇਣ। ਪਰ ਮਾਤਾ ਪਿਤਾ ਉਹਨਾਂ ਦੇ ਅੰਦਰ ਕਠੋਰਤਾ ਨਹੀਂ ਹੁੰਦੀ, ਭਾਵੇਂ ਉਹ ਬੱਚੇ ਨੂੰ ਝਿੜਕਦੇ ਨੇ, ਪਰ ਗੁਰੂ ਪਿਆਰਿਓ ਬੱਚਾ ਵੀ ਉਸ ਵੇਲੇ ਪੋਲਿਟਿਕਸ ਖੇਲਦਾ ਹੈ ਕਿ ਜੇ ਮਾਂ ਪਿਓ ਪਿਆਰ ਦੇ ਨਾਲ ਨਹੀਂ ਮੰਨਦੇ ਫਿਰ ਉਹ ਜਿੱਦ ਕਰਦਾ ਹੈ ਵੀ ਪਿਆਰ ਦੀ ਭਾਸ਼ਾ ਨਹੀਂ ਸਮਝੀ। ਹੁਣ ਬੱਚਾ ਜਿੱਦ ਕਰਕੇ ਵਾਹਿਗੁਰੂ ਕਦੇ ਰੋਂਦਾ ਏ ਤੇ ਕਦੇ ਲੇਟਦਾ ਏ, ਆਖਰਕਾਰ ਉਹ ਆਪਣੇ ਮਾਤਾ ਪਿਤਾ ਨੂੰ ਸਹਿਮਤ ਕਰ ਲੈਂਦਾ ਏ, ਕਹਿੰਦੇ ਚੱਲ ਬਈ ਫਿਰ ਤੇ ਜੋ ਤੈਨੂੰ ਚਾਹੀਦਾ ਲੈ ਦਿੰਨੇ ਆ। ਇਸ ਵੇਲੇ ਬਿਲਕੁਲ ਉਹੀ ਸਿਚੁਏਸ਼ਨ, ਉਹੀ ਸਰਕਮਸਟੈਂਸ ਬਣੇ ਨੇ ਕਿ ਬੜੇ ਪਿਆਰ ਦੇ ਨਾਲ ਆਪਣੇ ਅਧਿਕਾਰ ਮੰਗੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਪਿਆਰ ਦੇ ਨਾਲ ਹੀ ਗੱਲ ਨਿਬੜ ਜਾਵੇ, ਕਿਉਂਕਿ ਜਦੋਂ ਫਿਰ ਦੁਨੀਆ ਭੜਕਾਹਟ ਵਿੱਚ ਆ ਜਾਂਦੀ ਹੈ ਫਿਰ ਕੋਈ ਵੀ ਕਿਸੇ ਦੀ ਗੱਲ ਨਹੀਂ ਸੁਣਦਾ। ਇਸ ਕਰਕੇ ਗੁਰੂ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਇਸ ਲੜਾਈ ਨੂੰ ਜਿੱਤਿਆ ਜਾਏ, ਤਾਂ ਕਿ ਅਸੀਂ ਜਿਸ ਸਮੇਂ ਦੇ ਵਿੱਚ ਲੰਘ ਰਹੇ ਹਾਂ ਉਹ ਤੇ ਪਹਿਲੇ ਬੜਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਪੂਰੇ ਵਰਲਡ ਤੇ ਜੋ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ, ਇੱਕ ਪਾਸੇ ਇੱਧਰੋਂ ਮਾਰ ਪੈ ਰਹੀ ਆ, ਦੂਸਰੇ ਪਾਸੇ ਰਾਜਨੀਤਿਕ ਜੋ ਹਾਕਮ ਲੋਕ ਨੇ ਉਹ ਮਾਰ ਰਹੇ ਨੇ, ਤੇ ਆਪ ਸਮਝ ਸਕਦੇ ਹੋ ਕਿ ਮਨੁੱਖ ਦੇ ਪੱਲੇ ਫਿਰ ਕੀ ਰਹਿ ਜਾਂਦਾ ਹੈ। ਵਾਹਿਗੁਰੂ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਸਭਨਾਂ ਨੇ ਅਰਦਾਸ ਬੇਨਤੀ ਕਰਨੀ ਹੈ, ਜਿੱਥੇ ਆਪਾਂ ਉਹਨਾਂ ਦੀ ਮਦਦ ਕਰਨੀ ਹੈ ਉੱਥੇ ਅਰਦਾਸ ਬੇਨਤੀ ਵੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਐਸੇ ਜੋ ਭੈੜੀ ਮਤ ਲੈ ਕੇ ਬੈਠੇ ਨੇ ਉਹਨਾਂ ਦੇ ਅੰਦਰ ਵਸ ਜਾਓ, ਤਾਂ ਕਿ ਉਹ ਆਪਣੇ ਜਿੱਦ ਨੂੰ ਛੱਡ ਕੇ ਪਿਆਰ ਦੀ ਭਾਸ਼ਾ ਵਿੱਚ ਆ ਜਾਣ। ਪਿਆਰ ਦੇ ਵਿੱਚ ਬੜੀ ਤਾਕਤ ਹੈ, ਗੁਰਬਾਣੀ ਸਾਨੂੰ ਪਿਆਰ ਸਿਖਾਉਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਵੱਧ ਤੋਂ ਵੱਧ ਸਤ ਸੰਗਤ ਵਿੱਚ ਜੁੜੋ, ਕਿਉਂਕਿ ਸਤ ਸੰਗਤ ਇਹ ਗੁਰਮੁਖ ਜਨਾਂ ਦੀ ਮਾਂ ਹੈ। ਇੱਥੇ ਮਨਮੁਖ ਆਉਂਦੇ ਨੇ ਗੁਰੂ ਦਾ ਗਿਆਨ ਪ੍ਰਾਪਤ ਕਰਕੇ, ਮਨਮੁਖ ਗੁਰਮੁਖ ਬਣ ਜਾਂਦੇ ਨੇ। ਵਾਹਿਗੁਰੂ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਮਨੁੱਖ ਦੇ ਮਨ ਵਿੱਚ ਜਿਹੜੀ ਦੁਬਿਧਾ ਪੈਦਾ ਹੋਈ ਹੁੰਦੀ ਹੈ, ਦੁਬਿਧਾ ਭਾਵ ਕਿ ਦੋ ਪਾਸੇ, ਕਦੇ ਤੇ ਗੁਰਬਾਣੀ ਦੀ ਗੱਲ ਮੰਨ ਲਈ ਤੇ ਮਨ ਕਹਿੰਦਾ ਕਿ ਹਾਂ ਰੱਬ ਹੈ। ਜਦੋਂ ਇਹ ਮਨ ਮੁੱਕਰ ਜਾਂਦਾ ਹੈ ਕਿ ਇਦਾਂ ਨਹੀਂ ਹੋ ਸਕਦੀ, ਕਿੰਤੂ ਪਰੰਤੂ ਕਰਨ ਲੱਗ ਪੈਂਦਾ ਹੈ, ਤੇ ਇਹ ਫਿਰ ਪਿੱਛਾ ਨੂੰ ਆ ਜਾਂਦਾ ਹੈ। ਗੁਰੂ ਦੀ ਗੱਲ ਸੁਣੀ ਤੇ ਇੱਕ ਕਦਮ ਅੱਗੇ, ਗੁਰੂ ਦੀ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਇੱਕ ਕਦਮ ਪਿੱਛੇ। ਇਸ ਨੂੰ ਕਹਿੰਦੇ ਦੁਬਿਧਾ, ਕਦੇ ਅੱਗੇ ਕਦੇ ਪਿੱਛੇ। ਤੇ ਇਸ ਢੰਗ ਦੇ ਨਾਲ ਮਨੁੱਖ ਫਿਰ ਕਿਤੇ ਵੀ ਨਹੀਂ ਪਹੁੰਚਦਾ। ਦ੍ਰਿੜਤਾ ਚਾਹੀਦੀ ਹੈ, ਦ੍ਰਿੜਤਾ ਦੇ ਨਾਲ ਹੀ ਮਨੁੱਖ ਆਪਣੇ ਜੀਵਨ ਵਿੱਚ ਕਾਮਯਾਬ ਹੁੰਦਾ ਹੈ। ਕਿਤਨੀ ਕੁ ਦ੍ਰਿੜਤਾ ਹੈ, ਉਹ ਕੱਚੀ ਦ੍ਰਿੜਤਾ ਨਹੀਂ ਹੋਣੀ ਚਾਹੀਦੀ। ਸੋ ਸਤਿਗੁਰੂ ਪਾਤਸ਼ਾਹ ਆਖਦੇ ਨੇ ਜਿਹੜੇ ਦ੍ਰਿੜਤਾ ਦੇ ਨਾਲ ਸਤਿਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਨੇ ਉਹਨਾਂ ਦੇ ਅੰਦਰੋਂ ਇਹ ਸਾਰੀ ਮੈਲ ਧੋਤੀ ਜਾਂਦੀ ਹੈ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਨਾਮ ਦਾ ਰੰਗ ਚੜ ਜਾਂਦਾ ਹੈ। ਜਨਮਾਂ ਜਨਮਾਂਤਰ ਦੀ ਲੱਗੀ ਹੋਈ ਇਸ ਮਨ ਦੀ ਮੈਲ ਨੂੰ ਸਤਿਗੁਰੂ ਧੋ ਦਿੰਦੇ ਨੇ, ਮਨ ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਜੋ ਇੰਟਰਨਲ ਗਿਆਨ ਹੈ ਉਹ ਬਾਣੀ ਸਾਨੂੰ ਦੇ ਰਹੀ ਹੈ, ਤੇ ਇਸ ਗਿਆਨ ਤੋਂ ਹੀ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ। ਸੰਸਾਰ ਦੇ ਵਿੱਚ ਜੋ ਚੰਗੀ ਚੀਜ਼ ਮਿਲਦੀ ਹੈ
ਉਹ ਆਪਾਂ ਫਿਰ ਵੰਡਦੇ ਹਾਂ। ਸੰਸਾਰ ਦੀਆਂ ਜੋ ਚੰਗੀਆਂ ਚੀਜ਼ਾਂ ਨੇ, ਕੀਮਤੀ ਚੀਜ਼ਾਂ ਨੇ, ਉਹ ਆਪਾਂ ਲੁਕਾ ਲੁਕਾ ਕੇ ਰੱਖਦੇ ਹਾਂ ਕਿ ਦੂਸਰੇ ਨੂੰ ਨਾ ਪਤਾ ਲੱਗ ਜਾਏ ਕਿ ਇਸ ਦੇ ਕੋਲ ਕਿਤਨਾ ਕੁ ਧਨ ਹੈ, ਕਿਤਨੇ ਕੁ ਗਹਿਣੇ ਪਏ ਨੇ, ਕੀ ਕੁਛ ਕੀਮਤੀ ਪਿਆ, ਉਹ ਲੁਕਾਉਂਦੇ ਆ। ਪਰ ਸਤਿਗੁਰੂ ਪਾਤਸ਼ਾਹ ਆਖਦੇ ਨੇ, ਜਿਨ੍ਹਾਂ ਨੇ ਅੰਦਰੋਂ ਨਾਮ ਧਨ ਪ੍ਰਭੂ ਦੇ ਗੁਣਾਂ ਦੀ ਪ੍ਰਾਪਤੀ ਕੀਤੀ ਹੈ, ਉਹ ਫਿਰ ਲੁਕਾਉਂਦੇ ਨਹੀਂ। ਉਹ ਸੰਸਾਰ ਦੇ ਵਿੱਚ ਜ਼ਾਹਰ ਕਰਦੇ ਨੇ ਕਿ ਭਾਈ ਇਹ ਅਲੌਕਿਕ ਧਨ ਮੈਨੂੰ ਮਿਲਿਆ ਏ, ਤੁਸੀਂ ਵੀ ਪ੍ਰਾਪਤ ਕਰੋ। ਇਸ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਅੰਦਰੋਂ ਵੀ ਸਟਰੋਂਗ ਕਰਦੇ ਨੇ, ਕਿਉਂਕਿ ਜਿਨ੍ਹਾਂ ਦੇ ਮਨ ਸਟਰੋਂਗ ਨੇ ਉਹਨਾਂ ਦਾ ਜੀਵਨ ਸਟਰੋਂਗ ਹੈ। ਜਿਹੜੇ ਮਨ ਕਰਕੇ ਕਮਜ਼ੋਰ ਨੇ, ਉਹ ਤਨ ਕਰਕੇ ਕਿਤਨੇ ਵੀ ਉਹ ਰਿਸ਼ਟ ਪੁਸ਼ਟ ਹੋਣ, ਤਕੜੇ ਹੋਣ, ਬਲਵਾਨ ਹੋਣ, ਉਹ ਕਮਜ਼ੋਰ ਹੀ ਰਹਿੰਦੇ ਨੇ। ਇਸ ਕਰਕੇ ਗੁਰਬਾਣੀ ਸਾਡੇ ਮਨ ਨੂੰ ਸਟਰੋਂਗ ਕਰਦੀ ਹੈ, ਮਨੋਬਲ ਵਧਾਉਂਦੀ ਹੈ। ਤੇ ਆਓ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਆਪਾਂ ਧੰਨਵਾਦ ਕਰੀਏ, ਜੋ ਸਾਨੂੰ ਇਹ ਬਲ ਬੁੱਧ ਬਖਸ਼ਿਸ਼ ਕਰ ਰਹੇ ਨੇ। ਸੋ ਸਤਿਗੁਰੂ ਸਭਨਾਂ 'ਤੇ ਕਿਰਪਾ ਕਰਨ। ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ, ਇਹ ਬਾਰੰਬਾਰ ਬੇਨਤੀ ਹੈ ਕਿ ਆਓ ਜੋ ਆਪਣੇ ਜੀਵਨ ਵਿੱਚ ਪਛੜੇ ਹੋਏ ਨੇ ਜਾਂ ਜੋ ਲੋੜਵੰਦ ਨੇ, ਇਤਨੀ ਸਰਦੀ ਦੇ ਵਿੱਚ ਜੋ ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਮਦਦ ਵਾਸਤੇ ਆਪਾਂ ਅੱਗੇ ਆਈਏ। ਇਸ ਵੇਲੇ ਸੋਚਣ ਦਾ ਸਮਾਂ ਨਹੀਂ ਹੋ, ਕੁਝ ਕਰਨ ਦਾ ਸਮਾਂ ਹੈ, ਕਿਉਂਕਿ ਸੋਚ ਵਿਚਾਰ ਦੇ ਵਿੱਚ ਪਿਆ ਹੋਇਆ ਇਹ ਮਨ ਮਨੁੱਖ ਨੂੰ ਨੈਗੇਟਿਵ ਬਹੁਤ ਦੂਰ ਲੈ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਚੰਗੀ ਗੱਲ ਹੈ ਉੱਥੇ ਸੋਚਣਾ ਨਹੀਂ, ਉਹ ਚੰਗੀ ਗੱਲ ਕਰ ਦੇਣੀ ਹੈ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਜੀ ਨੂੰ ਹਿੰਮਤ ਬਖਸ਼ ਕਰਨ। ਤੇ ਆਪਾਂ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਹੈ ਇਹ ਡਾਇਲ ਕਰੋ, ਤਾਂ ਕਿ ਆਪਾਂ ਇਸ ਚੱਲ ਰਹੇ ਸੰਘਰਸ਼ ਵਿੱਚ ਆਪਾਂ ਵੀ ਯੋਗਦਾਨ ਪਾ ਸਕੀਏ। ਆਓ ਪ੍ਰਦੇਸੀ ਜੋ ਅਗਲੇ ਬੰਦ ਨੇ ਸਤਿਗੁਰੂ ਪਾਤਸ਼ਾਹ ਦੇ, ਉਹ ਆਪਾਂ ਉਹਨਾਂ ਤੋਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ। ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਹਿ ਮਿਲਾਏ, ਅਨ ਦਿਨ ਨਾਮੇ ਰਟਿਆ, ਜੋਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਗੁਰ ਬੁਝ ਨਾ ਪਾਏ। ਜਿਨ ਕੋ ਪੁਰਬ ਲਿਖਿਆ, ਸਤਗੁਰੂ ਭੇਟਿਆ ਤਿਨ ਆਏ। ਗੁਰੂ ਅਮਰਦਾਸ ਪਾਤਸ਼ਾਹ ਦੂਜੇ ਬੰਦ ਵਿੱਚ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਉਪਦੇਸ਼ ਸਤਿਗੁਰਾਂ ਨੇ ਸਾਨੂੰ ਰਹਾਉ ਬੰਦ ਵਿੱਚ ਜੋ ਕੇਂਦਰਿਤ ਕੀਤਾ ਹੈ, ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਇਹ ਮੈਲਾ ਭਰਿਆ ਮਨ ਸ਼ਬਦ ਦੀ ਸੇਧ ਲੈ ਕੇ, ਸ਼ਬਦ ਤੋਂ ਚਾਨਣ ਲੈ ਕੇ ਸਵਰੇਗਾ। ਤੇ ਮੇਰੇ ਸਾਥੀ ਜੀ ਨੇ ਬਹੁਤ ਸੋਹਣਾ ਕਿਹਾ, ਭਰੀਏ ਮਠ ਪਾਪਾਂ ਕੇ ਸੰਗ, ਉਹ ਟੋਪੇ ਨਾਵੇਂ ਕੇ ਰੰਗ। ਤੇ ਇਹ ਰੰਗ ਵਾਸਤੇ ਮਹਾਰਾਜ ਕੀ ਕਹਿ ਰਹੇ ਨੇ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਇਸ ਨਾਮ ਦੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਮੇਰੇ ਸਤਿਗੁਰਾਂ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਅਕਾਲ ਰੂਪ ਨੇ ਬੜਾ ਸੌਖਾ ਜਿਹਾ ਸਾਨੂੰ ਸਿਧਾਂਤ ਬਖਸ਼ਤਾ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਗੁਰੂ ਪਿਆਰਿਓ, ਰਾਹ ਹੀ ਇਹੀ ਸੌਖੀ ਹੈ, ਇਹੀ ਜਹਾਜ਼ ਹੈ। ਇਸੇ ਰਾਹ ਤੋਂ ਹੀ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਤੇ ਮਹਾਰਾਜ ਜਿੱਥੇ ਹੁਣ ਕਿਰਤ ਵਾਸਤੇ ਕਹਿ ਰਹੇ ਨੇ ਕਿ ਕਿਰਤ ਕਰੋ, ਤੇ ਸਤਿਗੁਰਾਂ ਨੇ ਖੁਦ ਵੀ ਕਿਰਤ ਕੀਤੀ ਹੈ। ਤੇ ਉਪਦੇਸ਼ ਵੀ ਆਉਂਦੇ ਨੇ ਕਿ ਉੱਤਮ ਖੇਤੀ। ਉੱਤਮ ਖੇਤੀ ਕਿਉਂ? ਕਿਉਂਕਿ ਭੁੱਖ ਹਰ ਕਿਸੇ ਨੂੰ ਲੱਗਦੀ ਹੈ। ਇਹ ਇੱਕ ਨਿਯਮ ਹੈ। ਕਿਸੇ ਦਿਨ ਡਟ ਕੇ ਖਾ ਲੈਣਾ ਨਾ, ਤੇ ਕਹਿੰਦੇ ਆ ਕਿ ਵੀ ਅੱਜ ਰਾਤੀ ਨਹੀਂ ਖਾਵਾਂਗੇ, 6 ਘੰਟੇ ਗੁਜ਼ਰ ਜਾਂਦੇ ਨੇ, ਭੁੱਖ ਲੱਗ ਜਾਂਦੀ ਹੈ। ਉਹ ਪਿਆਰਿਓ, ਇਹ ਭੁੱਖ ਉਸ ਸ੍ਰਿਸ਼ਟੀ ਦੇ ਨਿਯਮ ਵਿੱਚ ਹੈ। ਤੇ ਉਸ ਭੁੱਖ ਨੂੰ ਤ੍ਰਿਪਤ ਕਰਨ ਵਾਸਤੇ ਜਿਹੜੇ ਸਾਧਨ ਨੇ, ਉਹਦੇ 'ਚ ਜਿਹੜਾ ਕਿਰਤੀ ਰੁੱਝਿਆ ਹੋਇਆ ਹੈਗਾ, ਉਹ ਧੰਤਾ ਦੇ ਯੋਗ ਹੈ। ਸੋ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਕਿਰਤ ਕਰੋ, ਫਿਰ ਨਾਮ ਜਪੋ, ਤੇ ਫਿਰ ਵੰਡ ਕੇ ਛਕੋ।
ਤੇ ਰਾਹ ਕਿਰਤ ਦਾ ਹੈ। ਕਿਰਤ ਤੋਂ ਹੁਣ ਮੇਰਾ ਕਰਮ ਕੰਸਲਟ ਹੋ ਜਾਂਦਾ ਹੈ। ਤੇ ਮਹਾਰਾਜ ਉਪਦੇਸ਼ ਵਿੱਚ ਬਖਸ਼ਿਸ਼ ਕਰ ਰਹੇ ਨੇ ਦੂਜੇ ਬੰਦ 'ਚ, ਅੰਦਨ ਨਾਮੇ ਰਤਿਆ ਜੋਤੀ ਜੋਤ ਸਮਾਹੇ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਗੁਰ ਬੁਝ ਨਾ ਪਾਏ, ਜਿਨ ਕੋ ਪੁਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ। ਪੁਰਬ ਮੈਨੂੰ ਕਰਮ ਕਰਨਾ ਹੈ। ਜ਼ਿਆਦਾ ਅਸੀਂ ਦੂਰ ਪਾਸੇ ਨਾ ਜਾਈਏ ਪਿਆਰਿਓ। ਅੱਜ ਤਾਂ ਪ੍ਰਤੱਖ ਹੋ ਗਿਆ ਹੈਗਾ ਵੇ, ਅੱਜ ਜੋ ਮੈਂ ਕਰ ਰਿਹਾ ਮੈਨੂੰ ਕੱਲ੍ਹ ਮਿਲਣਾ ਹੈ। ਮੈਂ ਆਪਣਾ ਅੱਜ ਦਾ ਪੂਰਾ ਕਰਮ ਉਸ 'ਤੇ ਧਿਆਨ ਦਿਆਂ। ਮੇਰੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਸ 'ਤੇ ਚੱਲਾਂ। ਮੇਰੇ ਸਤਿਗੁਰੂ ਜੀ ਤੁੱਠਦੇ ਨੇ, ਸਤਿਗੁਰੂ ਭੇਟਿਆ ਤਿੰਨ ਆਏ। ਸੱਚੇ ਗੁਰੂ ਜੀ ਨਾਲ ਭੇਟ ਹੁੰਦੀ ਹੈਗੀ ਹੈ, ਸਤ ਸੰਗਤ ਮਿਲਦੀ ਹੈ, ਤੇ ਫਿਰ ਸਾਧ ਸੰਗਤ ਸੱਚਖੰਡ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਜ਼ਰ ਨਿਹਾਲ। ਉਹਦੇ ਵਾਸਤੇ ਮੈਨੂੰ ਕਰਮ ਕਰਨਾ ਹੈ। ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ। ਤੇ ਕਰਮ ਵਾਸਤੇ ਮਹਾਰਾਜ ਨੇ ਜਿੱਥੇ ਸਾਨੂੰ ਕਿਰਤ ਕਰਨ ਨੂੰ ਕਿਹਾ, ਉੱਥੇ ਕਹਿੰਦੇ ਆ ਜੀ ਘਾਲ ਕਰੇ ਕਿਛ ਹੱਥੋਂ ਦੇ, ਗੁਰਮੁਖ ਰਾਹ ਪਛਾਣੇ ਸੇ। ਮੈਂ ਘਾਲ ਕਰਕੇ ਕੁਛ ਵੰਡਣਾ ਹੈ, ਘਾਰ ਕਰਕੇ ਜ਼ਖੀਰੇ ਨਹੀਂ ਕਰਨੇ ਨੇ ਪਿਆਰਿਓ। ਅਸੀਂ ਹੋਰ ਦੁਬਿਧਾਵਾਂ 'ਚ ਨਹੀਂ ਜਾਂਦੇ ਹਾਂ। ਸਾਡੇ ਕੋਲ ਹੁਣ ਤੱਕ ਇਸ ਸਮਾਜ ਨੂੰ ਸੁਚਾਰੂ ਕਰਨ ਵਾਸਤੇ ਕੁਛ ਨਿਯਮ ਨੇ ਕਿ ਬੇਸਿਕ ਖਾਣ ਪੀਣ ਦੀਆਂ ਚੀਜ਼ਾਂ ਦਾ ਜ਼ਖੀਰਾ ਕਾਨੂੰਨੀ ਤੌਰ 'ਤੇ ਗੁਨਾਹ ਹੈ। ਆਪਣੀ ਜ਼ਰੂਰਤ ਤੋਂ ਜ਼ਿਆਦਾ ਅਗਰ ਮੈਂ ਕੁਛ ਇਕੱਠਾ ਕਰਦਾ ਹਾਂ ਤਾਂ ਕਾਨੂੰਨੀ ਤੌਰ 'ਤੇ ਮੈਂ ਗੁਨਾਹਗਾਰ ਬਣਦਾ ਹਾਂ। ਅਤੇ ਪਿਆਰਿਓ, ਇੱਕ ਐਸਾ ਬਾਬਰ ਹੈ ਜਿਹੜਾ ਕਹਿੰਦਾ ਕਰੋ ਜ਼ਖੀਰਾ, ਖੁੱਲ੍ਹਾ ਕਰੋ। ਅਤੇ ਮੇਰੇ ਮਹਾਰਾਜ ਬਖਸ਼ਿਸ਼ ਕਰਦੇ ਪਏ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਨੂੰ ਸਿਵਾਏ ਮਾਇਆ ਦੇ ਕੁਛ ਨਹੀਂ ਨਜ਼ਰ ਆਉਂਦਾ। ਕਿਰਤੀ ਭਰਾ ਅੱਜ ਬੈਠਾ ਹੈ, ਪਰਿਵਾਰ ਹੈ। ਮੇਰੇ ਸਤਿਗੁਰਾਂ ਜੀ ਨੇ 10ਵੇਂ ਜਾਮੇ 'ਚ ਕਿਹਾ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ। ਅਕਾਲ ਪੁਰਖ ਤੇਰੇ ਚਰਨਾਂ 'ਚ ਮੇਰਾ ਮਨ ਲੱਗਾ ਰਹੇ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਸੁਖੀ ਬਸੇ ਮੋਰੋ ਪਰਿਵਾਰਾ। ਉਹ ਮੇਰੇ ਸੱਚੇ ਪਾਤਸ਼ਾਹ ਦਾ ਜਿਵੇਂ ਪਰਿਵਾਰ ਹੈ, ਆਪਣੇ ਪਰਿਵਾਰ ਵਾਸਤੇ ਉਹ ਰੱਬ ਤੋਂ ਖੁਸ਼ੀਆਂ ਮੰਗ ਰਹੇ ਨੇ। ਅੱਜ ਮੇਰੇ ਘਰ 'ਚ ਮੇਰਾ ਪਰਿਵਾਰ ਹੈ, ਮੈਂ ਆਪਣੇ ਬੱਚਿਆਂ ਵਾਸਤੇ ਖੁਸ਼ੀਆਂ ਮੰਗਦਾ ਵਾਂ। ਅਤੇ ਪਿਆਰਿਓ, ਹਿੰਦੁਸਤਾਨ ਦਾ ਜਿਹੜਾ ਇੱਕ ਪਰਿਵਾਰ ਹੈ, ਉਹਦਾ ਅੱਜ ਮੁਖੀ ਅਗਰ PM ਆਪਣੇ ਬੱਚਿਆਂ ਨਾਲ ਬੈਠ ਕੇ ਅਤੇ ਉਹਨਾਂ ਦੀਆਂ ਗੱਲਾਂ ਦੇ ਨਾਲ ਸਾਂਝ ਨਹੀਂ ਪਾਉਂਦਾ, ਅਤੇ ਫਿਰ ਉਹ ਕਾਹਦਾ ਸਾਡਾ ਮੁਖੀ ਹੈ? ਇਹ ਪਰਿਵਾਰ ਹੈ। ਇਸ ਪਰਿਵਾਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸੇਧ ਲੈ ਕੇ ਅਸੀਂ ਸੱਚ ਨਾਲ ਜੁੜਨਾ ਹੈ। ਸੱਚ ਪਿਆਰਿਓ, ਭਾਵੇਂ ਕਿਸੇ ਧੜੇ ਨਾਲ ਹੈ। ਗੁਸਤਾਖੀ ਮਾਫ, ਸਾਡੀਆਂ ਕੁਛ ਪਾਰਟੀਆਂ ਨੇ, ਭਾਵੇਂ ਉਹ ਕਾਂਗਰਸ 'ਚ ਹੈ, ਭਾਵੇਂ ਉਹ BJP 'ਚ ਹੈ, ਭਾਵੇਂ ਉਹ ਆਪ, ਭਾਵੇਂ ਉਹ ਅਕਾਲੀ ਦਲ, ਜਿੱਥੇ ਸੱਚ ਹੈ ਪਿਆਰਿਓ, ਗੁਰੂ ਦਾ ਸਿੱਖ ਉੱਥੇ ਡਟ ਕੇ ਖੜਾ ਹੋਏਗਾ। ਕਿਉਂਕਿ ਮੇਰੇ ਪਾਤਸ਼ਾਹ ਨੇ ਮੈਨੂੰ ਕਿਰਪਾਨ ਬਖਸ਼ੀ ਇਸੇ ਵਾਸਤੇ ਹੈ ਕਿ ਸੱਚ ਦੀ ਢਾਲ ਬਣ ਕੇ ਖੜ ਜਾਣਾ, ਸੱਚ ਨੂੰ ਆਂਚ ਨਹੀਂ ਆਣ ਦੇਣੀ। ਇਹਦੇ ਵਾਸਤੇ ਮੇਰੇ ਸਤਿਗੁਰਾਂ ਨੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੇਰੇ ਸਤਿਗੁਰਾਂ ਨੇ ਖਾਲਸਾ ਸਾਜਿਆ ਹੀ ਇਸ ਵਾਸਤੇ ਹੈ। ਖਾਲਸਾ ਜੋ ਪਿਓਰ ਹੈ, ਜੋ ਨਿਰਭਉ ਹੈ, ਜੋ ਨਿਰਵੈਰ ਹੈ, ਜਿਹਨੂੰ ਸਭ ਨੂੰ ਜੀ ਆਇਆਂ ਨੂੰ ਹੈ, ਜੋ ਸੱਚ ਦਾ ਰਾਖਾ ਹੈ, ਖਾਲਸਾ ਹੈ। ਅਤੇ ਮਹਾਰਾਜ ਕੀ ਕਹਿੰਦੇ ਨੇ, ਹੱਕ ਹੀ ਰਹੇ ਨਾ ਕੋਏ। ਕਿਸੇ ਦਾ ਹੱਕ ਨਹੀਂ ਮਾਰਿਆ ਜਾਏਗਾ, ਕਿਸੇ ਦਾ ਵੀ ਹੱਕ ਨਹੀਂ ਮਾਰਿਆ ਜਾਏਗਾ। ਮੇਰੇ ਸਤਿਗੁਰਾਂ ਜੀ ਨੇ ਐਸੀ ਇੱਕ ਫੌਜ ਤਿਆਰ ਕੀਤੀ ਹੈ ਜੋ ਸੱਚ ਕਰਕੇ ਡਟ ਕੇ ਖੜੀ ਹੋਏਗੀ ਅਤੇ ਮਜ਼ਲੂਮਾਂ ਨੂੰ ਉਹਨਾਂ ਦੇ ਹੱਕ ਮਰਨ ਤੋਂ ਉਹਨਾਂ ਦੇ ਸਹਾਇਕ ਹੋਏਗੀ। ਮੇਰੇ ਪਾਤਸ਼ਾਹ ਨੇ ਜਦੋਂ ਹੁਣ ਸਾਨੂੰ ਅਧਿਆਤਮਿਕ ਤਲ 'ਤੇ ਨਾਮ ਦੀ ਕਮਾਈ 'ਤੇ ਲੈ ਕੇ ਜਾਣਾ ਹੈ, ਅਤੇ ਮਹਾਰਾਜ ਕਹਿੰਦੇ ਨੇ ਇਹ ਰਸਤਾ ਹੈ ਕਰਮ ਦਾ। ਇਹ ਕਰਮ ਕਰਸਾਂ ਅਤੇ ਨਾਮ ਵਸੀ, ਨਹੀਂ ਤਾਂ ਫਿਰ ਕਿਹੋ ਜਿਹਾ ਸੀ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ? ਮੂੰਹ ਮੇ ਰਾਮ ਬਗਲ ਮੇ ਛੁਰਾ। ਮੇਰੇ ਮੂੰਹ 'ਚ ਤੇ ਰਾਮ ਰਾਮ ਹੈ, ਮੇਰੇ ਮੂੰਹ 'ਚ ਅਗਰ ਬਾਣੀ ਹੈ ਅਤੇ ਨਿਗਾਹ ਤੁਹਾਡੀਆਂ ਸਹੂਲਤਾਂ ਵੱਲ ਹੈ, ਤੁਹਾਡੇ ਅੰਨ ਧਨ ਵੱਲ ਹੈ। ਅਤੇ ਪਿਆਰਿਓ, ਮੈਂ ਇਨਸਾਨ ਕਰਾਉਣ ਦੇ ਵੀ ਲਾਇਕ ਨਹੀਂ ਹਾਂ। ਗੁਰੂ ਮਹਾਰਾਜ
ਬਖਸ਼ਿਸ਼ ਕਰਕੇ ਸਾਨੂੰ ਗੁਰਬਾਣੀ ਦੇ ਰਾਹੀਂ ਸਵਾਰ ਕੇ ਸਾਨੂੰ ਇੱਕ ਸਿੱਖ ਤੋਂ ਗੁਰਸਿੱਖ ਤੇ ਗੁਰਸਿੱਖ ਤੋਂ ਖਾਲਸਾ ਬਣਾਉਣ ਦੇ ਵਾਸਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰ ਬੂਝ ਨਾ ਪਾਏ ਬਿਨ ਸਤਿਗੁਰ। ਇਸ ਤਰ੍ਹਾਂ ਮੈਨੂੰ ਸਿੱਖ ਤੋਂ ਗੁਰਸਿੱਖ ਤੇ ਗੁਰਸਿੱਖ ਤੋਂ ਖਾਲਸਾ ਹੋਣ ਵਾਸਤੇ ਇਹ ਬਿਨ ਸਤਿਗੁਰ ਬੂਝ ਨਾ ਪਾਏ, ਇਹ ਸਤਿਗੁਰ ਜੀ ਤੋਂ ਉਪਦੇਸ਼ ਲਿੱਤੇ ਬਗੈਰ ਨਹੀਂ ਹੋ ਸਕਦਾ ਪਿਆਰਿਓ, ਨਹੀਂ ਹੋ ਸਕਦਾ। ਮਹਾਰਾਜ ਆਸਾ ਦੀ ਵਾਰਿਸ਼ ਵੀ ਸਾਨੂੰ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਇਹ ਪਾਸਟ ਟੈਂਸ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਵੀ ਅਸੀਂ ਸੱਚੇ ਗੁਰੂ ਤੋਂ ਇਲਾਵਾ ਉਸ ਨਾਲ ਬੂਝ ਕਰਕੇ, ਉਸ ਨਾਲ ਮੇਲ ਕਰਕੇ, ਇਸ ਤੋਂ ਬਗੈਰ ਨਹੀਂ ਪਾ ਸਕਦੇ। ਮੇਰੇ ਮਹਾਰਾਜ ਦੂਜੇ ਬੰਦ 'ਚ ਬਖਸ਼ਿਸ਼ ਕਰ ਰਹੇ ਨੇ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੁਝ ਨਾ ਪਾਏ। ਸੋ ਇਸ ਸਤਿਗੁਰ ਤੋਂ ਬੁਝ ਕੇ ਹੀ ਮੈਨੂੰ ਆਪਣੇ ਜੀਵਨ ਨੂੰ ਸਵਾਰਨਾ ਹੈ, ਆਪਣੇ ਕਰਮਾਂ ਨੂੰ ਸਵਾਰਨਾ ਹੈ, ਆਪਣੇ ਸਮਾਜ 'ਚ ਨੋਆਂ ਦਸਾਂ ਦੀ ਕਿਰਤ ਕਰਨੀ ਹੈ ਤੇ ਆਪਣੇ ਵਾਸਤੇ ਤੇ ਸਾਰੇ ਹੀ ਜੀਨੇ ਪਏ ਹਾਂ ਪਿਆਰਿਓ। ਮੇਰੇ ਨਾਨਕ ਨੇ ਤੇ ਬਖਸ਼ਿਸ਼ ਕਰਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਗੁਰੂ ਦਾ ਸਿੱਖ ਭਲਾ ਮੰਨਦਾ ਹੋਇਆ ਔਰ ਕਰਦਾ ਹੋਇਆ ਆਪਣਾ ਜੀਵਨ ਨਿਭਾ ਕੇ। ਪ੍ਰੇਮੀ ਜਨੂੰ ਪਰਦੇਸੀ ਸਾਹਿਬ ਨੇ ਸੱਚੇ ਸ਼ਬਦ ਦੀ ਗੱਲ ਕੀਤੀ ਹੈ, ਵਾਹਿਗੁਰੂ, ਸੱਚੀ ਬਾਣੀ ਦੀ ਗੱਲ ਕੀਤੀ ਹੈ, ਸੱਚੇ ਨਾਮ ਦੀ ਗੱਲ ਕੀਤੀ ਹੈ, ਸੱਚੀ ਆਤਮਾ ਦੀ ਗੱਲ ਕੀਤੀ ਹੈ ਕਿ ਸਾਡੀ ਆਤਮਾ ਪਰਮਾਤਮਾ ਵਿੱਚ ਕਿਵੇਂ ਅਭੇਦ ਹੋ ਸਕਦੀ ਹੈ। ਉਹ ਹੈ ਗੁਰਬਾਣੀ ਦਾ ਮਾਰਗ। ਵਾਹਿਗੁਰੂ, ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ। ਜੇ ਜੀਵਨ ਦਾ ਲਕਸ਼ ਹੈ ਕਿ ਸਾਡੀ ਆਤਮਿਕ ਜੋਤ ਪਰਮਾਤਮਾ ਦੇ ਨਾਲ ਮਿਲ ਜਾਵੇ, ਆਤਮਾ ਪ੍ਰਾਤਮਾ ਏਕੋ ਕਰੇ, ਜਦੋਂ ਇਸ ਢੰਗ ਦੇ ਨਾਲ ਆਪਾਂ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰਾਂਗੇ ਤੇ ਰਸਤਾ ਫਿਰ ਆਪਣੇ ਆਪ ਖੁੱਲ੍ਹਦਾ ਹੈ। ਇਹ ਰਸਤਾ ਬਣਿਆ ਹੋਇਆ ਨਹੀਂ ਹੈ। ਸੰਸਾਰ ਦੇ ਆਪਾਂ ਰਸਤੇ ਵੇਖਦੇ ਨੇ, ਧਰਤੀ ਤੇ ਜਿਤਨੇ ਵੀ ਰਸਤੇ ਨੇ, ਸੜਕਾਂ ਨੇ ਬਣੀਆਂ ਹੋਈਆਂ ਨੇ, ਇਹਨਾਂ ਤੇ ਚੱਲਣਾ ਕੋਈ ਮੁਸ਼ਕਲ ਨਹੀਂ ਹੈ। ਹਵਾਈ ਰਸਤੇ ਨੇ, ਸਮੁੰਦਰੀ ਰਸਤੇ ਨੇ, ਸਭ ਬਣੇ ਪਏ ਨੇ। ਪਰ ਅਧਿਆਤਮਿਕ ਦਾ ਮਾਰਗ ਐਸਾ ਹੈ ਜਿਹੜਾ ਮਨੁੱਖ ਨੂੰ ਖੁਦ ਹੀ ਬਣਾਉਣਾ ਪੈਂਦਾ ਹੈ ਤੇ ਖੁਦ ਹੀ ਚੱਲਣਾ ਪੈਂਦਾ ਹੈ। ਗੁਰੂ ਪਾਤਸ਼ਾਹ ਡਾਇਰੈਕਸ਼ਨ ਦੇ ਦਿੰਦੇ ਨੇ ਕਿ ਭਾਈ ਆਪਣੇ ਆਪ ਵਿੱਚ ਇਤਨਾ ਮਸਤ ਹੋ ਜਾ, ਧਿਆਨ ਅੰਤਰ ਹੋ ਕੇ ਇਤਨਾ ਸਥਿਰ ਹੋ ਜਾ। ਇਹ ਮਾਰਗ ਆਪਣੇ ਆਪ ਸੁਰਤੀ ਦਾ ਮਾਰਗ ਹੈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖੋ ਬ੍ਰਹਮ ਗਿਆਨੀ ਕੌਣ, ਗ੍ਰਹੀ ਕੌਣ ਉਦਾਸੀ। ਇਸ ਕਰਕੇ ਇਹ ਖੁਦ ਮਿਹਨਤ ਕਰਨੀ ਪੈਂਦੀ ਹੈ। ਵਾਹਿਗੁਰੂ, ਇਹ ਮਿਹਨਤ ਕੋਈ ਦੂਸਰੇ ਨੂੰ ਨਹੀਂ ਦੇ ਸਕਦਾ। ਖੁਦ ਸੇਵਾ ਕਰਕੇ, ਖੁਦ ਸਿਮਰਨ ਕਰਕੇ ਸ਼ੁਭ ਗੁਣ ਕਮਾਉਣੇ ਪੈਂਦੇ ਨੇ। ਇਸ ਕਰਕੇ ਗੁਰਬਾਣੀ ਉਸ ਪ੍ਰਮਾਤਮਾ ਦੇ ਨਾਲ ਕਿਵੇਂ ਮਿਲਾਉਂਦੀ ਹੈ। ਸੱਚੇ ਸ਼ਬਦ ਆਪਣੇ ਜੀਵਨ ਨੂੰ ਸਵਾਰਨਾ, ਆਪ ਸਵਾਰੇ ਮੈਂ ਮਿਲੇ। ਵਾਹਿਗੁਰੂ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਦੁਨੀਆ ਤੇ ਬਥੇਰਾ ਇਤਿਹਾਸ ਹੈ। ਕੋਈ ਹਥਿਆਰ ਲੈ ਕੇ ਦੁਨੀਆ ਨੂੰ ਜਿੱਤਣ ਨੂੰ ਪਿਆ, ਕੋਈ ਫੌਜਾਂ ਲੈ ਕੇ, ਕੋਈ ਕਿਸੇ ਢੰਗ ਦੇ ਨਾਲ ਕਿ ਸਾਰੀ ਦੁਨੀਆ ਤੇ ਮੇਰਾ ਹੀ ਰਾਜ ਹੋਵੇ। ਰਾਜੇ ਮਹਾਰਾਜੇ ਜੇਕਰ ਰਾਜ ਭਾਗ ਪ੍ਰਾਪਤ ਕਰਕੇ ਰੱਜ ਗਏ ਹੁੰਦੇ ਤਾਂ ਫਿਰ ਉਹਨਾਂ ਨੂੰ ਦੁਖੀ ਨਹੀਂ ਹੋਣਾ ਚਾਹੀਦਾ ਸੀ। ਵਾਹਿਗੁਰੂ, ਇੱਥੇ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਗਲ ਸੇਠ ਕੋ ਰਾਜਾ ਦੁਖੀਆ। ਵਾਹਿਗੁਰੂ, ਉਹ ਵੀ ਦੁਖੀ ਨੇ, ਮਾਨਸਿਕ ਤੌਰ ਤੇ ਸਭ ਭੈ ਭੀਤ ਨੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਐਸਾ ਗੁਰ ਮੰਤਰ ਦਿੱਤਾ ਹੈ ਕਿ ਤੂੰ ਸਾਰੇ ਜਗਤ ਨੂੰ ਜਿੱਤ ਲਵੇਂਗਾ। ਕਦੋਂ? ਮਨ ਜੀਤੇ ਜਗ ਜੀਤ। ਆਪਣੇ ਮਨ ਤੇ ਜਿੱਤ ਪ੍ਰਾਪਤ ਕਰ। ਇਸ ਕਰਕੇ ਮਨੋਬਲ ਸਟਰੋਂਗ ਕਰਨ ਵਾਸਤੇ ਹੀ ਆਪਾਂ
ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਸ ਢੰਗ ਦੇ ਨਾਲ ਜਦੋਂ ਤੂੰ ਹਰ ਰੋਜ਼ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜੇਗਾ, ਇੱਕ ਦਿਨ ਤੇਰੇ ਅੰਦਰ ਆਤਮਿਕ ਦੀਪਕ ਜਗੇਗਾ ਤੇ ਤੇਰੇ ਅੰਦਰ ਪਰਮ ਨੂਰ ਪ੍ਰਗਟ ਹੋ ਜਾਵੇਗਾ। ਜੋਤੀ ਜੋਤ, ਤੇਰੀ ਆਤਮਿਕ ਜੋਤ ਪ੍ਰਭੂ ਦੀ ਜੋਤ ਵਿੱਚ ਸਮਾ ਜਾਵੇਗੀ। ਇਹ ਜਿਵੇਂ ਪਰਦੇਸੀ ਸਾਹਿਬ ਨੇ ਆਖਿਆ ਕਿ ਇਹ ਅਧਿਆਤਮਿਕ ਗਿਆਨ ਬਹੁਤ ਜ਼ਰੂਰੀ ਹੈ। ਅਧਿਆਤਮਿਕ ਗਿਆਨ ਤੋਂ ਬਿਨਾਂ ਸੰਸਾਰ ਦਾ ਗਿਆਨ ਕਿਤਨਾ ਵੀ ਇਕੱਠਾ ਕਰ ਲਈਏ ਉਹ ਕਿਸੇ ਕੰਮ ਨਹੀਂ ਹੋ, ਵਾਹਿਗੁਰੂ, ਜੇਕਰ ਅੰਦਰਲਾ ਗਿਆਨ ਨਹੀਂ ਹੋ। ਕਿਉਂਕਿ ਸਿਆਣੇ ਆਖਦੇ ਨੇ ਕਿ ਜਿਸ ਬੱਚੇ ਨੇ ਆਪਣੇ ਪਿਤਾ ਦੀ ਉਂਗਲੀ ਪਕੜੀ ਹੋਈ ਹੈ ਨਾ, ਉਹਨੂੰ ਫਿਰ ਸਾਰਾ ਸੰਸਾਰ ਬੜਾ ਖੁਸ਼ ਹੋ ਕੇ ਉਹ ਮਾਣਦਾ ਹੈ। ਪਰ ਉਸ ਬੱਚੇ ਨੂੰ ਪਤਾ ਲੱਗਦਾ ਹੈ ਜਦੋਂ ਆਪਣੇ ਪਿਓ ਦੀ ਉਂਗਲੀ ਛੱਡ ਦਿੰਦਾ ਹੈ ਨਾ, ਫਿਰ ਉਹ ਮੇਲੇ 'ਚ ਗੁਆਚ ਜਾਂਦਾ ਹੈ। ਮੇਲੇ ਵਿੱਚ ਸਭ ਚੀਜ਼ਾਂ ਨੇ, ਖਿਡੌਣੇ ਨੇ, ਮਠਿਆਈਆਂ ਨੇ, ਪਰ ਜਦੋਂ ਪਿਤਾ ਦੀ ਉਂਗਲੀ ਛੱਡ ਦਿੱਤੀ ਤੇ ਉਹ ਰੋਂਦਾ ਹੈ। ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਪਿਤਾ ਦੀ ਉਂਗਲੀ ਛੱਡੀ ਹੈ। ਗੁਰੂ ਪਿਆਰਿਓ, ਅਗਰ ਸਾਡਾ ਜੀਵਨ ਭੈੜਾ ਬਣ ਚੁੱਕਾ ਹੈ ਤੇ ਸਮਝ ਲੈਣਾ ਅਸੀਂ ਗੁਰੂ ਦੀ ਵਾਹਿਗੁਰੂ ਉਂਗਲੀ ਛੱਡ ਦਿੱਤੀ ਹੈ, ਗੁਰੂ ਦਾ ਆਸਰਾ ਛੱਡ ਦਿੱਤਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਆਓ ਸਤ ਸੰਗਤ ਦੇ ਵਿੱਚ ਬੈਠ ਕੇ ਆਪਾਂ ਇਸ ਸੰਸਾਰ ਦਾ ਜੀਵਨ ਵੀ ਸਫਲਾ ਕਰਨਾ ਹੈ ਤੇ ਨਿਰੰਕਾਰ ਦੇ ਨਾਲ ਵੀ ਪਿਆਰ ਦੀ ਸਾਂਝ ਪਾਉਣੀ ਹੈ। ਵਾਹਿਗੁਰੂ ਐਸੀ ਬਾਣੀ ਜੋ ਪ੍ਰਭੂ ਦੀ ਬਾਣੀ ਹੈ, ਪ੍ਰਭੂ ਦੀ ਬਾਣੀ ਸਭ ਨੂੰ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਇਹ ਅਡੋਲਤਾ ਦੀ ਅਵਸਥਾ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਜਦੋਂ ਡੋਲਦੇ ਹੋ ਤੇ ਬੇਨਤੀ ਕਰੋ, ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਜਨ ਨਾਨਕ ਦੇ ਕਰ ਹੱਥ। ਸੋ ਸਤਿਗੁਰੂ ਪਾਤਸ਼ਾਹ ਦੀ ਬਾਣੀ ਉੱਥੇ ਮਨੁੱਖ ਦੀ ਸਹਾਇਤਾ ਕਰਦੀ ਹੈ। ਇਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਆਓ ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਕਰਨੀ ਹੈ। ਅਗਲੀਆਂ ਜੋ ਪੰਕਤੀਆਂ ਨੇ ਉਹ ਪਰਦੇਸੀ ਜੀ ਆਪ ਜੀ ਦੇ ਸਾਹਮਣੇ ਸਨਮੁਖ ਰੱਖ ਰਹੇ ਨੇ। ਵਾਹਿਗੁਰੂ ਜੀ ਤੀਜੇ ਬੰਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਵਿਣ ਨਾਵੇਂ ਸਭ ਢੂਮਣੀ ਦੂਜੇ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵ ਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਧੁਲਾ ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਗੁਰੂ ਪਿਆਰਿਓ, ਉਸ ਨਾਮ ਦੀ ਉੱਚੀ ਅਵਸਥਾ ਨੂੰ ਕਮਾਉਣਾ ਹੈ, ਉਹ ਸੇਵਾ ਤੋਂ ਸ਼ੁਰੂ ਹੋਏਗਾ। ਮੈਂ ਭੁੱਲਿਆ ਹੋਏ ਨੂੰ ਮੇਰੇ ਸਤਿਗੁਰੂ ਜੀ ਸਵਾਰ ਦੇਣਗੇ। ਭਰਮ ਭੁਲਾਣਾ ਅੰਧੁਲਾ ਫਿਰ ਆਵੇ ਜਾਏ। ਇਹ ਮੈਂ ਭੁੱਲੇ ਭਟਕਿਆ ਕਾਮ ਕਰੋ ਦੋ ਮੋਹ ਹੰਕਾਰ ਦੇ ਵਿਕਾਰਾਂ ਨਾਲ ਇਹ ਜੀਵਨ ਮਰਤੀ ਤੋਂ ਹਟ ਜਾਵਾਂਗਾ। ਕਿਵੇਂ? ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਮੇਰੇ ਸਤਿਗੁਰੂ ਜੀ ਦੀ ਕਿਰਪਾ ਗੁਰਪ੍ਰਸਾਦ ਰੂਪ ਵਿੱਚ, ਗੁਰਪ੍ਰਸਾਦ ਰੂਪ ਵਿੱਚ ਜਦੋਂ ਮੈਨੂੰ ਇਹ ਪ੍ਰਾਪਤ ਹੁੰਦਾ, ਮੇਰੇ ਸਤਿਗੁਰੂ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਭਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਮੇਰਾ ਲਿਖਿਆ ਹੋਇਆ ਮੇਰੇ ਨਾਲ ਚੱਲ ਰਿਹਾ ਹੈ। ਉਹ ਬੈਠਾ ਹੈ ਇੱਥੇ ਅੰਦਰ, ਅੱਖਾਂ ਵੇਖ ਰਹੀਆਂ ਨੇ, ਜੋ ਮੈਂ ਕਰਦਾ ਪਿਆ ਮੈਨੂੰ ਪਤਾ ਹੈ। ਕਿਸੇ ਦੀ ਜੇਬ ਕੱਟੀ ਹੈ ਮੈਨੂੰ ਪਤਾ ਹੈ, ਕਿਸੇ ਦਾ ਹੱਕ ਮਾਰਿਆ ਮੈਨੂੰ ਪਤਾ ਹੈ, ਜਾਂ ਮੇਰੇ ਰੱਬ ਨੂੰ ਪਤਾ ਹੈ। ਚੰਗੇ ਕੱਪੜੇ ਪਾ ਕੇ ਮੈਂ ਦੁਨੀਆ ਤੋਂ ਆਪਣੇ ਆਪ ਨੂੰ ਛੁਪਾ ਸਕਦਾ, ਉਸ ਮਾਲਕ ਤੋਂ ਨਹੀਂ ਛੁਪਾ ਸਕਦਾ। ਸੋ ਮਹਾਰਾਜ ਕਹਿੰਦੇ ਨੇ ਕਰਮ ਵਾਲੇ ਵੱਲ ਧਿਆਨ ਦੇਣਾ ਹੈ। ਆਪਣੇ ਕਰਮ ਸਤਿਗੁਰਾਂ ਤੋਂ ਸੇਧ ਲੈ ਕੇ ਕਰਨੇ ਨੇ ਤੇ ਕਰਮ ਪ੍ਰਾਪਤ ਹੋਏ। ਇਹ ਕਰਮਾਂ ਤੋਂ ਹੀ ਮੈਨੂੰ ਉਸ ਨਾਮ ਦੀ ਕਿਰਪਾ ਮਿਲੇਗੀ। ਤੇ ਗੁਰੂ ਪਿਆਰਿਓ, ਮੇਰੇ ਸਤਿਗੁਰਾਂ ਦੀ, ਮੇਰੇ ਦਸਾਂ ਪਾਤਸ਼ਾਹੀਆਂ ਦੀ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ। ਇੱਥੇ ਦਾਸ ਪਿੱਛੇ ਨਾ ਰਹਿ ਜਾਏ। ਸੰਗਤ ਜੀ, ਅਸੀਂ ਕੋਸ਼ਿਸ਼ ਕਰੀਏ। ਪ੍ਰਤੱਖ ਨਜ਼ਰ ਆ ਰਿਹਾ ਹੈ। ਜਿਨ੍ਹਾਂ ਪੱਥਰਾਂ ਨੂੰ
ਕਰੇਨਾਂ ਚੁੱਕ ਕੇ ਲੈ ਕੇ ਆਈਆਂ ਨੇ, ਉਹਨਾਂ ਪੱਥਰਾਂ ਨੂੰ ਇਹਨਾਂ ਹੱਥਾਂ ਨੇ ਚੁੱਕ ਕੇ ਪਰੇ ਮਾਰਿਆ ਹੈਗਾ ਵੇ। ਇਹ ਬਾਣੀ ਦਾ ਪ੍ਰਤਾਪ ਨਹੀਂ ਤੇ ਕੀ ਹੈ। ਉੱਥੇ ਰਹਿਣ ਸਬਾਈਆਂ ਵੀ ਚੱਲ ਰਹੀਆਂ ਨੇ, ਨਿਤਨੇਮੀ ਵੀ ਬੈਠੇ ਨੇ, ਸ਼ਬਦ ਨਾਲ ਜੁੜੀਆਂ ਹੋਈਆਂ ਰੂਹਾਂ ਬੈਠੀਆਂ ਨੇ, ਤੇ ਲੰਗਰ ਪ੍ਰਸ਼ਾਦੇ ਵੀ ਚੱਲ ਰਹੇ ਨੇ। ਉੱਥੇ ਸਤਿਗੁਰਾਂ ਦੀ ਕਿਰਪਾ ਨਾਲ ਉਹੀ ਤੇ ਹੈ ਗੁਰੂ ਨਾਨਕ ਦਾ ਦੁਆਰ, ਉਹੀ ਹੈ ਗੁਰਦੁਆਰਾ, ਜਿੱਥੇ ਸ਼ਬਦ ਦੀ ਵੀ ਕਮਾਈ ਹੋ ਰਹੀ ਹੈ ਤੇ ਭੁੱਖ ਵਾਸਤੇ ਪੇਟ ਦੀ ਵੀ, ਮਨ ਵੀ ਉੱਥੇ ਰਜਦਾ ਪਿਆ ਤੇ ਤਨ ਵੀ ਰਜਦਾ ਪਿਆ। ਉਹ ਪ੍ਰਤੱਖ ਨਜ਼ਰ ਆ ਰਿਹਾ ਪਿਆਰਿਓ। ਸੋ ਅਸੀਂ ਸ਼ਬਦ ਨਾਲ ਜੁੜੀਏ, ਸ਼ਬਦ ਤੋਂ ਸੇਧ ਲੈ ਕੇ ਅਸੀਂ ਉਹਨਾਂ ਦੇ ਆਪਣੇ ਕਰਮ ਕਰਨੇ ਨੇ। ਤੇ ਜਦੋਂ ਮੈਂ ਕਰਮ ਚੰਗਾ ਕਰਾਂਗਾ ਤੇ ਮੇਰਾ ਸਤਿਗੁਰ ਨਦਰ ਕਿਉਂ ਨਹੀਂ ਕਰੇਗਾ। ਮਹਾਰਾਜ ਨੇ ਇੱਥੇ ਸਾਨੂੰ ਬਖਸ਼ਿਸ਼ ਕਰਤੀ ਹੈਗੀ ਹੈ ਕਿ ਇੱਕ ਦੋ ਜੀਬੋ ਲੱਖ ਹੋਵੇ, ਲੱਖ ਹੋਵੇ, ਲੱਖ 20 ਲੱਖ, ਲੱਖ ਗੇੜਾ ਆਖੀਐ ਏਕ ਨਾਮ ਜਗਜੀਸ। ਇਹ ਰਾਹ ਚੱਲ ਕੇ, ਇਹ ਰਾਹ ਪਤ ਪੌੜੀਆਂ ਚੜਿਆ ਹੋਏ 21 ਰਾਹ ਇਹੀ ਹੈ। ਲੇਕਿਨ ਇੱਥੇ ਚੜ੍ਹਦੇ ਹੋਇਆਂ ਮੈਨੂੰ ਕਮਾਂਡ ਨਹੀਂ ਕਰਨਾ। ਸੁਣ ਗੱਲਾਂ ਆਕਾਸ਼ ਕੀ, ਉਸ ਰੱਬ ਦੀਆਂ ਗੱਲਾਂ ਸੁਣ ਕੇ ਸੰਗੀਆਂ ਕੋਲੋਂ, ਗੁਰਬਾਣੀ ਕੋਲੋਂ ਮੈਨੂੰ ਘਮੰਡੀ ਨਹੀਂ ਹੋਣਾ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈਰੀਸ, ਮੈਂ ਕੀੜੀ ਹਾਂ। ਇੱਦਾਂ ਆਪਣੇ ਆਪ ਨੂੰ ਬਣਾਉਣਾ ਹੈ। ਤੇ ਫਿਰ ਮਹਾਰਾਜ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈਰੀਸ, ਨਾਨਕ ਨਦਰੀ ਪਾਈ ਹੈ, ਕੁੜੀ ਕੁੜੇ ਠੀਸ, ਨਦਰੀ ਹੋ ਰਹੀ ਹੈ। ਕਿਉਂਕਿ ਸਤਿਗੁਰੂ ਜੀ ਸਿਖਾ ਰਹੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ। ਉਹ ਦਾਤਾ, ਉਹ ਦਿਆਲ, ਉਹ ਦਿਆਲੂ ਮੇਰੇ ਛੋਟੇ ਜਿਹੇ ਕਰਮ ਦਾ ਵੀ ਐਡਾ ਸਾਰਾ ਮੈਨੂੰ ਲਾਹਾ ਬਖਸ਼ਦੇ ਨੇ। ਮੈਨੂੰ ਆਪਣੇ ਕਰਮਾਂ ਵਾਸਤੇ ਸੁਚੇਤ ਹੋਣਾ ਹੈਗਾ, ਆਪਣੇ ਕਰਮਾਂ ਨੂੰ ਗੁਰਮਤਿ ਅਨੁਸਾਰ ਕਰਨਾ ਹੈ, ਆਪਣੀ ਮੱਤ ਨੂੰ ਹਟਾਉਣਾ ਹੈ। ਸਤਿਗੁਰਾਂ ਦੇ ਘਣੇਰੀ ਕਿਰਪਾ ਦਾ ਪਾਤਰ ਬਣਦਾ ਹਾਂ। ਤੋ ਸੰਗਤ ਜੀ ਅਸੀਸ ਦਿਓ। ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਅਸਾਂ ਨੇ ਸਰੈਂਡਰ ਕਰ ਦੇਣਾ ਹੈਗਾ ਵੇ। ਮਹਾਰਾਜ ਨੇ ਕਿਹਾ ਹੈਗਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਹ ਉੱਥੇ ਪ੍ਰਤੱਖ ਹੋ ਰਿਹਾ। ਹੁਣ ਮਹਾਰਾਜ ਕਹਿੰਦੇ ਨੇ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਉਹ ਜੋ ਮੇਰੇ 10ਵੇਂ ਪਾਤਸ਼ਾਹ ਦਾ ਹੁਕਮ ਹੋਣਾ ਉੱਥੇ ਉਹੀ ਹੈ। ਛਾਲਾਂ ਜੋ ਮਾਰਦਾ ਪਿਆ ਮਾਰਦਾ ਰਹੇ। ਸਹਿਣ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿ ਸੁਚਿਆਰਾ ਹੋਈਆ ਕਿ ਕੂੜੇ ਟੁੱਟੇ ਭਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਰਜ਼ਾ ਵਿੱਚ ਬੈਠੇ ਨੇ ਉੱਥੇ ਗੁਰੂ ਦੇ ਪਿਆਰੇ, ਤੇ ਮਹਾਰਾਜ ਨੇ ਚੜ੍ਹਦੀ ਕਲਾ ਬਖਸ਼ਣੀ ਹੈ। ਇੱਥੇ ਮਹਾਰਾਜ ਜੀ ਸਾਨੂੰ ਤੀਸਰੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ ਜੀ। ਸੋ ਗੁਰੂ ਪਿਆਰਿਓ, ਪਰਦੇਸੀ ਜੀ ਨੇ ਨਾਮ ਦੀ ਮਹਿਮਾ ਕਰਦਿਆਂ ਹੋਇਆਂ, ਨਾਮ ਵਿੱਚ ਕੀ ਤਾਕਤ ਹੈ। ਵਾਹਿਗੁਰੂ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਇਸ ਕਰਕੇ ਨਾਮ ਨੂੰ ਸਮਝੀਏ। ਨਾਮ ਸਾਡੇ ਮਨ ਵਿੱਚ ਵਸੇ ਤੇ ਸਾਡੇ ਅੰਦਰੋਂ ਦੁਬਦਾ ਦੂਰ ਹੋ ਜਾਂਦੀ ਹੈ। ਕਿਉਂਕਿ ਜਿਸ ਚੀਜ਼ ਨੂੰ ਆਪਾਂ ਪ੍ਰਤੱਖ ਵੇਖ ਲਈਏ, ਅਜੇ ਸੁਣਿਆ ਹੋਇਆ ਝੂਠਾ ਹੋ ਸਕਦਾ ਹੈ, ਪਰ ਜਿਹੜਾ ਸਾਖਸ਼ਤ ਪ੍ਰਤੱਖ ਵੇਖ ਲਿਆ, ਵਾਹਿਗੁਰੂ, ਉਹ ਝੂਠਾ ਨਹੀਂ ਹੋ ਸਕਦਾ। ਉੱਥੇ ਮਨ ਡਟ ਕੇ ਕਹਿ ਸਕਦਾ ਕਿ ਹਾਂ, ਇਸੇ ਢੰਗ ਦੇ ਨਾਲ ਜੋ ਸੱਚਾ ਇਤਿਹਾਸ ਹੈ, ਇਤਿਹਾਸ ਦਾ ਮਤਲਬ ਇਹ ਇੱਦਾਂ ਹੀ ਹੈ। ਵਾਹਿਗੁਰੂ। ਇੱਕ ਹੈ ਮਿਥਿਆਸ, ਉਹ ਮਿੱਥ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ। ਵਾਹਿਗੁਰੂ। ਉਹਨਾਂ ਵਿੱਚ ਸੱਚਾਈ ਵੀ ਹੋ ਸਕਦੀ ਹੈ ਤੇ ਝੂਠ ਵੀ ਹੋ ਸਕਦਾ ਹੈ, ਪਰ ਇਹ ਬਾਣੀ ਸੱਚੀ ਬਾਣੀ ਹੈ, ਸੱਚ ਦੇ ਨਾਲ ਜੋੜਦੀ ਹੈ। ਸੱਚ ਸਾਡੇ ਅੰਦਰ ਪ੍ਰਗਟ ਹੁੰਦਾ ਹੈ। ਸੱਚ ਕੇਵਲ ਪਰਮਾਤਮਾ ਹੈ। ਵਾਹਿਗੁਰੂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਤੈਨੂੰ ਸਮਝ ਪਈ ਹੈ ਫਿਰ ਤਿਸ ਬਿਨ ਘੜੀ ਨਾ ਜੀਵਣਾ। ਫਿਰ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਸਾਨੂੰ ਇੱਕ ਛਿਨ ਵੀ ਨਹੀਂ ਜੀਣਾ ਚਾਹੀਦਾ। ਕਿਉਂਕਿ ਇੱਕ ਖਿਨ ਤੂੰ ਵਿਸਰੇ ਸੁਆਮੀ, ਜਾਣੋ ਵਰਸ਼ 85। ਇੱਕ ਪਲ ਵਾਸਤੇ ਪ੍ਰਭੂ ਦੀ ਯਾਦ ਸਾਡੇ ਹਿਰਦੇ ਅੰਦਰ ਨਹੀਂ ਤਾਂ ਸਮਝ ਲਓ ਕਿ 50 ਸਾਲ ਐਵੇਂ ਗਏ। ਤੇ ਅਸੀਂ ਤੇ ਦਿਨ ਰਾਤ ਐਵੇਂ ਪ੍ਰਭੂ ਦੀ ਯਾਦ ਤੋਂ ਬਿਨਾਂ ਹੀ, ਦਿਨ ਆਉਂਦਾ ਹੈ ਚਲੇ ਜਾਂਦਾ ਹੈ, ਰਾਤ ਆਉਂਦੀ ਹੈ ਚਲੀ ਜਾਂਦੀ ਹੈ, ਜੀਵਨ ਗੁਜ਼ਰ ਜਾਂਦਾ ਹੈ, ਲੰਘ ਜਾਂਦਾ ਹੈ। ਵਾਹਿਗੁਰੂ। ਪਰ ਸੱਚੇ ਨਾਮ ਨੂੰ ਹਿਰਦੇ ਅੰਦਰ ਨਹੀਂ ਵਸਾਉਂਦੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਐਸੇ ਫਿਰ ਆਪਣੇ ਜੀਵਨ ਨੂੰ ਦੁੱਖਾਂ ਦੇ ਵਿੱਚ ਹੀ ਕੱਟਦੇ ਨੇ। ਤੇ ਇਸ ਕਰਕੇ
ਸਾਡੇ ਅੰਦਰ ਜੋ ਭਰਮ ਭੁਲੇਖੇ ਨੇ, ਇਹਨਾਂ ਭੁਲੇਖਿਆਂ ਕਰਕੇ ਹੀ ਅੰਧਲਾ ਮਨੁੱਖ, ਅੱਖਾਂ ਤੋਂ ਅੰਨਾ ਨਹੀਂ, ਗਿਆਨਹੀਣ, ਮਨ ਦੀਆਂ ਅੱਖਾਂ ਬਿਲਕੁਲ ਬੰਦ ਹੈ। ਅੰਧੇ ਇਹਨਾਂ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਏ। ਇਹ ਅੱਖਾਂ ਹੁੰਦਿਆਂ ਹੋਇਆਂ ਵੀ ਅਸੀਂ ਅੰਨੇ ਹੀ ਹਾਂ। ਜਿਵੇਂ ਪਰਦੇਸੀ ਜੀ ਨੇ ਆਖਿਆ ਨਾ ਕਿ ਮਾਇਆਧਾਰੀ ਅੱਤ ਅੰਨਾ ਬੋਲਾ, ਕਿੱਥੇ ਮਾਇਆਧਾਰੀਆਂ ਨੂੰ ਸ਼ਬਦ ਸੁਣਦਾ ਏ? ਉਹਨਾਂ ਨੂੰ ਤਾਂ ਦਿਸਦਾ ਵੀ ਨਹੀਂ, ਬਿਲਕੁਲ ਅੰਨੇ ਨੇ। ਕਿ ਇਸ ਵੇਲੇ ਜਿਹੜੇ ਵੀਰ ਸੰਘਰਸ਼ ਕਰ ਰਹੇ ਨੇ, ਜੇ ਅੱਜ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਤਾਂ ਸਮਝ ਲੈਣਾ ਕਿ ਉਹ ਅੰਨੇ ਹੀ ਨੇ। ਵਾਹਿਗੁਰੂ ਬੋਲੇ ਨੇ, ਉਹਨਾਂ ਨੂੰ ਸੁਣਾਈ ਨਹੀਂ ਦੇ ਰਿਹਾ ਕਿ ਇਸ ਵੇਲੇ ਤੇਰੀ ਲੋੜ ਹੈ। ਤੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੈ, ਅੱਜ ਤੇਰੀ ਲੋੜ ਹੈ। ਜਿਹੜੇ ਸਿਆਣੇ ਮਨੁੱਖ ਨੇ, ਸ਼ਬਦ ਦੇ ਨਾਲ ਜੁੜੇ ਹੋਏ ਨੇ, ਸੇਵਾ ਉਹੀ ਕਰਨਗੇ। ਨਹੀਂ ਤੇ ਅਸੀਂ ਕੰਨ ਹੁੰਦਿਆਂ ਹੋਇਆਂ ਵੀ ਅਸੀਂ ਫਿਰ ਬੋਲੇ ਹੀ ਹਾਂ, ਸੁਣ ਲਈ ਗੱਲ ਪਰ ਮੰਨੀ ਨਹੀਂ ਹੋ। ਇਸ ਕਰਕੇ ਸਤਿਗੁਰੂ ਦੀ ਨਜ਼ਰ ਪ੍ਰਾਪਤ ਕਰਨੀ ਹੈ ਤੇ ਸਾਨੂੰ ਕੁਝ ਕਰਨਾ ਪਵੇਗਾ। ਜਿਨ੍ਹਾਂ ਨੇ ਸਤਿਗੁਰੂ ਦੀ ਨਜ਼ਰ ਪ੍ਰਾਪਤ ਕੀਤੀ ਹੈ, ਪ੍ਰਭੂ ਜੀ ਫਿਰ ਉਹਨਾਂ ਨੂੰ ਮਿਲ ਪੈਂਦੇ ਨੇ। ਉਹਨਾਂ ਨੂੰ ਫਿਰ ਇਹ ਵਿਸ਼ਵ ਸੰਸਾਰ ਤੋਂ ਵੇਖਦੇ ਇਹ ਹਰ ਕਾ ਰੂਪ ਫਿਰ ਨਜ਼ਰੀ ਆਉਂਦਾ ਹੈ। ਉਹ ਫਿਰ ਵੇਖਦੇ ਨੇ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ, ਪਰਮਾਤਮਾ ਦੀ ਜੋਤ, ਪਰਮਾਤਮਾ ਦੀ ਸ਼ਕਤੀ ਸਾਰੇ ਘਟਾਂ ਦੇ ਵਿੱਚ ਪਸਰੀ ਹੋਈ ਨਜ਼ਰ ਆਉਂਦੀ ਹੈ। ਇਸ ਕਰਕੇ ਗੁਰਬਾਣੀ ਜਿੱਥੋਂ ਸਾਨੂੰ ਪਰਮਾਤਮਾ ਦਾ ਗਿਆਨ ਦਿੰਦੀ ਹੈ, ਉੱਥੇ ਸੰਸਾਰ ਦਾ ਗਿਆਨ ਵੀ ਦਿੰਦੀ ਹੈ। ਸੰਪੂਰਨ ਜੀਵਨ ਉਹਨਾਂ ਦੇ ਨੇ ਜਿਹੜੇ ਸੰਸਾਰ ਵਿੱਚ ਵੀ ਕਾਮਯਾਬ ਨੇ ਤੇ ਨਿਰੰਕਾਰ ਦੇ ਦਰ ਤੇ ਵੀ ਉਹ ਕਬੂਲ ਹੋ ਜਾਂਦੇ ਨੇ। ਇਸ ਕਰਕੇ ਗੁਰੂ ਪਿਆਰਿਓ, ਗੁਰਬਾਣੀ ਦੀ ਵਿਚਾਰ ਜਦੋਂ ਆਪਾਂ ਸਰਵਣ ਕਰਦੇ ਹਾਂ, ਗੁਰਬਾਣੀ ਸਾਨੂੰ ਹੌਸਲਾ ਦਿੰਦੀ ਕਿ ਉਦਮ ਕਰੋ। ਉਦਮ ਕਰਨ ਦੇ ਨਾਲ ਹੀ ਕੁਝ ਨਾ ਕੁਝ ਪ੍ਰਾਪਤੀ ਹੁੰਦੀ ਹੈ। ਆਓ ਸਮੇਂ ਵਿੱਚ ਰਹਿ ਕੇ ਜੋ ਅਗਲੇ ਬੰਦ ਨੇ, ਅਗਲੀਆਂ ਜੋ ਪੰਕਤੀਆਂ ਨੇ, ਉਹਨਾਂ ਤੇ ਆਪਾਂ ਵਿਚਾਰ ਕਰਾਂਗੇ। ਸੋ ਪਰਦੇਸੀ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਸਰਵਣ ਕਰੋ ਜੀ। ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਤੀਜੇ ਗੁਰੂ ਨਾਨਕ ਸਰੂਪ ਅੱਜ ਦੇ ਉਪਦੇਸ਼ ਨੂੰ ਇੱਥੇ ਸੰਪੂਰਨਤਾ ਦੇ ਵਿਚਕਾਰ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਚੌਥਾ ਬੰਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 35 ਅੰਗ ਤੇ ਅੱਜ ਦਾ ਸਤਿਗੁਰੂ ਜੀ ਉਪਦੇਸ਼ ਸੰਪੂਰਨ ਕਰਦੇ ਹੋਏ ਬਖਸ਼ਿਸ਼ ਕਰ ਰਹੇ ਨੇ। ਪਾਪੋ ਪਾਪ ਕਮਾਵੰਡੇ, ਪਾਪੇ ਪਚੈ ਪਚਾਏ, ਸੋ ਪ੍ਰਭ ਨਦਰ ਨ ਆਵੀ, ਮਨਮੁਖ ਬੁੱਝ ਨ ਪਾਏ। ਜਿਸ ਵਿਖਾਲੇ ਸੋਹੀ ਵੇਖੇ, ਨਾਨਕ ਗੁਰਮੁਖ ਪਾਏ। ਮੇਰੇ ਸਤਿਗੁਰਾਂ ਜੀ ਨੇ ਮੋਹਰ ਲਾਤੀ। ਮਨਮੁਖ ਦੀ ਅਵਸਥਾ 'ਚ ਬੰਦਾ ਕਿਤਨਾ ਅੰਨਾ ਹੋ ਜਾਂਦਾ ਹੈ, ਇਹ ਅੱਜ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ ਹੈ। ਅੱਜ ਦਾ ਬਾਬਰ ਜ਼ਾਬਰ ਹੋ ਕੇ ਇੱਕ ਤੋਂ ਇੱਕ ਮਾੜੇ ਕਰਮ ਕਰੀ ਜਾਂਦਾ, ਲੇਕਿਨ ਫਿਰ ਵੀ ਉਹਨੂੰ ਨਦਰ ਨਹੀਂ ਨਜ਼ਰ ਆਉਂਦੀ। 60 ਸਾਲ 70 ਸਾਲ ਦੇ ਬਜ਼ੁਰਗ ਸਾਡੇ ਏਡੇ ਏਡੇ ਪੱਥਰਾਂ ਨੂੰ ਧੱਕ ਦਿੰਦੇ। ਜਵਾਨ ਅੱਜ ਉਹ ਕੰਮ ਕਰਦੇ ਪਏ ਨੇ ਜਿਹੜੇ ਕਿ ਕਿਸੇ ਸੈਮ ਅਸੀਂ ਕਹਿੰਦੇ ਸੀ ਜੀ ਇਹ ਤੇ ਨਸ਼ੇੜੀ ਹੋ ਚੁੱਕੇ ਨੇ। ਇਹ ਨਜ਼ਰ ਨਹੀਂ ਨਜ਼ਰ ਆ ਰਹੀ। ਆਪਣੇ ਮਨਮੁਖੀ ਹੋ ਕੇ ਮੈਂ ਆਪਣੇ ਹੀ ਅਹੰਕਾਰ ਵਿੱਚ ਇੱਕ ਤੋਂ ਇੱਕ ਔਕੜ ਪਾਈ ਜਾ ਰਿਹਾ ਅਤੇ ਆਪਣੇ ਹੀ ਬੱਚਿਆਂ ਦੀ, ਆਪਣੇ ਹੀ ਪਰਿਵਾਰ ਵਿੱਚ ਆਪਣੇ ਹੀ ਬੱਚਿਆਂ ਦੀ ਗੱਲ ਸੁਣਨ ਦੀ ਮੈਨੂੰ ਅਕਲ ਨਹੀਂ ਆ ਰਹੀ। ਮਹਾਰਾਜ ਨੇ ਮੋਹਰ ਲਗਾਤੀ, ਪਾਪੋ ਪਾਪ ਕਮਾਉਂਦੇ, ਪਾਪੇ ਪਚੇ ਪਚਾਏ। ਇਹ ਕਰਮ ਹੀ ਉਹਨਾਂ ਨੂੰ ਲੈ ਡੁੱਬੇਗਾ। ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈਗੀ ਹੈ ਔਰ ਸਾਡੇ ਕੋਲ ਇਤਿਹਾਸ ਗਵਾਹ ਹੈ। ਬ੍ਰਹਮਾ ਜੀ ਵੀ ਸ਼ਰਾਪਿਤ ਤਦ ਤੱਕ ਨਹੀਂ ਉਹਨਾਂ ਨੂੰ ਸ਼ਰਾਪ ਮਿਲਿਆ ਸੀਗਾ ਜਦ ਤੱਕ ਉਹਨਾਂ ਨੇ ਉਹਨਾਂ ਦਾ ਕਰਮ ਨਹੀਂ ਕੀਤਾ। ਜਦੋਂ ਉੱਦਾਂ ਦਾ ਕਰਮ ਕੀਤਾ ਤੇ ਉਹ ਸ਼ਰਾਪਿਤ ਹੋਏ, ਕਿਉਂਕਿ ਕਰਮ ਦੇ ਲਿਖੇ ਹੋਣੇ ਨੇ। ਤੇ ਪਾਪ ਕਮਾਉਂਦਿਆਂ ਮੈਂ ਅਗਰ ਜ਼ਾਬਰ ਬਣਦਾ ਵਾਂ ਤੇ ਗੁਰੂ ਨਾਨਕ ਨਾਮ ਲੇਵਾ ਸਤਿਗੁਰੂ ਜੀ ਵਰਤ ਰਹੇ ਨੇ ਤੇ ਖਾਲਸਾ ਖੜੇਗਾ, ਬਾਬਰ ਨੂੰ ਜ਼ਾਬਰ ਕਹੇਗਾ,
ਸੱਚ ਨਾਲ ਖਲੋਏਗਾ ਔਰ ਸੱਚ ਦੀ ਰਾਖੀ ਕਰੇਗਾ। ਜੇ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਿਆ ਦਾ ਮੰਨਣ ਵਾਲਾ ਕਹਾਉਂਦਾ ਹਾਂ, ਸੱਚ ਨਾਲ ਖੜਾਂਗਾ, ਭਾਵੇਂ ਉਹ ਸੱਚ ਕਿੱਥੇ ਵੀ ਹੈ। ਕੋਈ ਸਾਡੀ ਧੜਾਬਾਜ਼ੀ ਨਹੀਂ ਹੈ, ਕੋਈ ਸਾਡੇ 'ਚ ਗਰੁੱਪਿਜ਼ਮ ਨਹੀਂ ਹੈ। ਗੁਰੂ ਨਾਨਕ ਦਾ ਉਪਦੇਸ਼ ਸੱਚ ਦਾ ਹੈ। ਜਿੱਥੇ ਸੱਚ ਹੈ ਉੱਥੇ ਗੁਰੂ ਦਾ ਸਿੱਖ ਹੈ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਪਾਪੋ ਪਾਪ ਕਮਾਵੰਡੇ, ਪਾਪੇ ਪਚੇ ਪਚਾਏ, ਸੋ ਪ੍ਰਭ ਨਦਰ ਨਾ ਆਵਈ, ਮਨਮੁਖ ਬੁੱਝ ਨਾ ਪਾਏ। ਮਨਮੁਖ ਦਿਨ ਬ ਦਿਨ ਗਲਤੂਨ ਹੀ ਹੋਈ ਜਾਂਦਾ, ਕਰਮ ਢੈਂਦੀ ਕਲਾ ਵਿੱਚ ਲਈ ਜਾ ਜਾਂਦਾ, ਨਹੀਂ ਸਮਝ ਆਉਂਦਾ, ਨਹੀਂ ਦਿਖਦਾ ਕੁਛ ਵੀ। ਅੰਨਾ ਬੋਲਾ, ਅੱਖੀਆਂ ਤੋਂ ਅੰਨਾ, ਦਿਖਦੇ ਹੋਇਆ ਅੰਨਾ ਹੋ ਜਾਣਾ, ਸੁਣਦੇ ਹੋਇਆ ਬੈਰਾ ਹੋ ਜਾਣਾ, ਨਹੀਂ ਜੀ ਮੈਂ ਠੀਕ ਹਾਂ। ਤੇ ਫਿਰ ਜਿਸ ਵਿਖਾਲੇ ਸੋਈ ਵੇਖੇ, ਜੇ ਉਸਦੀ ਨਦਰ ਹੋ ਜਾਏ ਤੇ ਉਹ ਕੁਛ ਵੀ ਕਰ ਸਕਦੇ ਨੇ। ਲੇਕਿਨ ਨਦਰ ਫਿਰ ਹੁੰਦੀ ਕਿਸ 'ਤੇ ਹੈ? ਮੇਰੇ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਤੋਂ ਇੱਦਾਂ ਦੀ ਬਾਣੀ ਦੇ ਸਦਕੇ ਸਾਨੂੰ ਦੱਸ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਗੁਰਮੁਖ ਪਾਏ, ਜਿਸ ਵਿਖਾਲੇ ਸੋਈ ਵੇਖੇ, ਨਾਨਕ ਗੁਰਮੁਖ ਪਾਏ। ਗੁਰਮੁਖ ਜੋ ਗੁਰੂ ਦੀ ਸੇਧ ਲਏਗਾ। ਅੱਜ ਸਾਡਾ ਸੱਚਾ ਗੁਰੂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ। ਗੁਰਬਾਣੀ ਮੂੰਹ 'ਚ ਜਾਏਗੀ, ਕਿਤੇ ਨਾ ਕਿਤੇ ਮੇਰੇ ਔਗੁਣ ਸਾਫ਼ ਹੋਣੇ ਸ਼ੁਰੂ। ਪੜ ਪੜ ਗੱਡੀ ਲੱਦੀ ਹੈ, ਇੱਦਾਂ ਨਹੀਂ। ਪੜ ਪੜ ਕੁਛ ਆਇਆ, ਹੁਣ ਅੱਗੇ ਵਧਣਾ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੀਰਥ ਜਾਣ ਤੋਂ ਮਨਾਹੀ ਨਹੀਂ, ਹੁਣ ਤੀਰਥ ਜਾਣਾ ਹੈ। ਲੇਕਿਨ ਤੀਰਥ ਕਿਵੇਂ ਕਰਨਾ ਹੈ? ਉੱਥੇ ਜਾ ਕੇ ਨਾਮ ਜਪਣਾ ਹੈ, ਸੇਵਾ ਕਰਨੀ ਹੈ। ਸੋ ਮਹਾਰਾਜ ਸਾਨੂੰ ਕਰਮਾਂ ਦੇ ਉੱਤੇ ਚਾਨਣ ਬਖਸ਼ਦੇ ਨੇ। ਗੁਰਬਾਣੀ ਇਸ ਜਗ ਮੇ ਚਾਨਣ, ਕਰਮ ਵਸੇ ਮਨ ਆਏ। ਇਹ ਕਰਮਾਂ ਨਾਲ ਮੇਰੇ ਮਨ 'ਚ ਵਸੇਗਾ। ਸੋ ਅਸੀਂ ਸੇਵਾ ਕਰਨੀ ਹੈ। ਸੇਵਾ ਤੋਂ ਸਾਨੂੰ ਨਾਮ ਦੀ ਦਾਤ ਮਿਲੇਗੀ ਅਤੇ ਫਿਰ ਉਹ ਅਸੀਂ ਵੰਡਣੀ ਹੈਗੀ ਹੈ। ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਵੇ ਆਪਣਾ ਜੀਵਨ ਵੀ ਸਫਲ ਕਰ ਸਕਦੇ ਹਾਂ ਅਤੇ ਇਸ ਸਮਾਜ ਵਿੱਚ ਵੀ ਅਸੀਂ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਦੇ ਬੱਚੇ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ। ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਆਪ ਸਰਵਣ ਕਰ ਰਹੇ ਹੋ। ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਨੇ ਪਰਮਾਤਮਾ ਦੇ ਬਾਰੇ ਵਿੱਚ ਜੋ ਸਾਨੂੰ ਸਮਝਾਇਆ ਹੈ, ਇਹ ਮਨ ਮਤ ਜਾਣੇ ਹਰ ਦੂਰ ਹੈ। ਵਾਹਿਗੁਰੂ। ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਮਨ ਵਿੱਚ ਜੋ ਫੁਰਨੇ ਫੁਰਦੇ ਨੇ, ਜੇ ਚੰਗੇ ਫੁਰਨੇ ਫੁਰੇ ਨੇ ਉਹ ਜਾਣਦਾ ਏ, ਭੈੜੇ ਫੁਰਨੇ ਫੁਰਦੇ ਨੇ ਉਹ ਜਾਣਦਾ ਏ। ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਸ ਕਰਕੇ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਜੋ ਕੁਝ ਵੀ ਤੂੰ ਕਰਮ ਕਰ ਰਿਹਾ ਹੈ ਨਾ, ਜਦੋਂ ਤੇਰਾ ਹਿਸਾਬ ਕਿਤਾਬ ਹੋਣਾ ਏ, ਵਾਹਿਗੁਰੂ। ਸਭਨਾ ਕਾ ਦਰ ਲਿਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਈ। ਵਾਹਿਗੁਰੂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਤੂੰ ਪ੍ਰਭੂ ਦੇ ਦਰਬਾਰ ਵਿੱਚ ਮੁੱਕਰ ਨਹੀਂ ਸਕਦਾ। ਸੰਸਾਰ ਵਿੱਚ ਭੈੜੇ ਕਰਮ ਕਰਕੇ ਵੀ ਇਨਸਾਨ ਮੁੱਕਰ ਜਾਂਦਾ ਏ, ਝੂਠ ਬੋਲਦਾ ਏ, ਚੋਰੀ ਕਰਦਾ ਏ, ਮੁੱਕਰ ਜਾਂਦਾ ਏ ਕਿ ਮੈਂ ਕੀਤਾ ਹੀ ਨਹੀਂ। ਪਰ ਬਾਣੀ ਦੱਸਦੀ ਹੈ, ਕਹੁ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਵਾਹਿਗੁਰੂ। ਜੋ ਕੁਝ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੈ, ਉਹ ਰੀਲ ਤੇਰੇ ਸਾਹਮਣੇ ਚੱਲੇਗੀ, ਤੂੰ ਮੁੱਕਰ ਨਹੀਂ ਸਕੇਗਾ। ਇਸ ਕਰਕੇ ਮਨੁੱਖ ਗਿਆਨ ਵੀ ਹੋਣੇ, ਫਿਰ ਪਾਪ ਕਰਮ ਹੀ ਕਰਦੇ ਨੇ। ਵਾਹਿਗੁਰੂ। ਪਾਪੀ ਕਰਮ ਕਮਾਮਦੇ ਕਰਦੇ ਹਾਏ ਹਾਏ ਹਾਏ। ਨਾਨਕ ਜੋ ਮਥਨ ਮਧਾਣੀਆਂ ਤੇ ਉਹ ਮੱਥੇ ਧਰਮ ਰਾਏ। ਗੁਰੂ ਪਿਆਰਿਓ, ਜਿਸ ਦਿਨ ਪਾਪ ਕਰਮ ਇਨਸਾਨ ਕਰਦਾ ਹੈ ਨਾ, ਮਥਿਆ ਜਾਂਦਾ ਹੈ। ਵਾਹਿਗੁਰੂ। ਸਾਰੀ ਰਾਤ ਨੀਂਦਰ ਨਹੀਂ ਆਉਂਦੀ, ਵਾਹਿਗੁਰੂ। ਟੈਨਸ਼ਨ ਦੇ ਵਿੱਚ। ਵਾਹਿਗੁਰੂ। ਬਾਹਰੋਂ ਭਾਵੇਂ ਕਹੀ ਜਾਂਦਾ ਹੈ ਕਿ ਮੈਂ ਨਹੀਂ ਕੀਤਾ, ਪਰ ਅੰਦਰੋਂ ਨੂੰ ਪਤਾ ਹੈ, ਅੰਦਰੋਂ ਅੰਦਰੀ ਉਹ ਸੜਦਾ ਹੈ, ਜਲਦਾ ਹੈ, ਆਪਣੇ ਆਪ ਤੇ ਲਾਹਨਤਾਂ ਵੀ ਪਾਉਂਦਾ ਹੈ ਕਿ ਬੁਰਾ ਕਰਮ ਤੂੰ ਕਿਉਂ ਕੀਤਾ ਹੈ। ਵਾਹਿਗੁਰੂ। ਕਿਉਂਕਿ ਬਾਣੀ ਸਾਡੇ ਅੰਦਰਲੇ ਜੋ ਕੀਤੇ ਹੋਏ ਭੈੜੇ ਕਰਮ ਨੇ ਉਹ ਸਾਹਮਣੇ ਰੱਖਦੀ ਹੈ ਕਿ ਭਾਈ ਆ ਤੂੰ ਮਾੜਾ ਕਰਮ ਕੀਤਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਪ੍ਰਭੂ ਪਰਮਾਤਮਾ ਨੇ ਕਿਤੇ ਆਕਾਸ਼ ਤੋਂ ਉਤਰ ਕੇ ਨਹੀਂ ਆਉਣਾ ਕਿ ਤੂੰ ਭੈੜੇ ਕਰਮ ਕੀਤੇ ਨੇ। ਇਸ ਕਰਕੇ ਚੰਗੇ ਕਰਮ ਕਰਨ ਵਾਸਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ
ਲੜ ਪਕੜੋ, ਭਾਵ ਕਿ ਜੋ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਉਹ ਕਰਨ ਦੀ ਕੋਸ਼ਿਸ਼ ਕਰੋ। ਸੋ ਸਤ ਸੰਗੀ ਜਨੋ, ਸਮੇਂ ਦੀ ਸਮਾਪਤੀ ਹੈ ਵਾਹਿਗੁਰੂ। ਤੇ ਫਿਰ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਗੁਰਬਾਣੀ ਤੋਂ ਆਪਾਂ ਹਰ ਰੋਜ਼ ਇੱਕ ਇੱਕ ਕਿਣਕਾ ਪ੍ਰਾਪਤ ਕਰੀਏ ਗਿਆਨ ਦਾ, ਵਾਹਿਗੁਰੂ। ਤਾਂ ਕਿ ਸਾਡਾ ਅੰਤਸ਼ਕਰਨ ਅੰਮ੍ਰਿਤ ਦੇ ਨਾਲ ਭਰ ਜਾਵੇ। ਸੋ ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ, ਆਖਰ ਵਿੱਚ ਫਿਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਆਪ ਜੀ ਨੇ ਪਾਵਨ ਪਵਿੱਤਰ ਵਚਨ ਸਰਵਣ ਕੀਤੇ ਨੇ, ਜਿਨ੍ਹਾਂ ਵਿੱਚ ਸਤਿਗੁਰੂ ਨੇ ਸਾਨੂੰ ਦ੍ਰਿੜਤਾ ਸਿਖਾਈ ਹੈ, ਸੇਵਾ ਕਰਨੀ, ਸਿਮਰਨ ਕਰਨਾ, ਪ੍ਰੇਮ ਕਰਨਾ। ਤੇ ਇਸ ਵੇਲੇ ਜੋ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ, ਉਹ ਇਨਸਾਨਾਂ ਵੱਲੋਂ, ਕਿਸਾਨਾਂ ਵੱਲੋਂ, ਤੇ ਜਿਹੜੇ ਇਸ ਵੇਲੇ ਉੱਥੇ ਸੰਤਾਪ ਹਟਾ ਰਹੇ ਨੇ, ਵਾਹਿਗੁਰੂ, ਉਹਨਾਂ ਦੇ ਵਾਸਤੇ ਆਪਾਂ ਖੜੇ ਹੋਈਏ, ਇਹੀ ਦ੍ਰਿੜਤਾ ਹੈ। ਵਾਹਿਗੁਰੂ। ਸੋ ਜਿਤਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ, ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਸੰਗਤ ਟੈਲੀਵਿਜ਼ਨ ਦੇ ਨਾਲ ਜੁੜੋ, ਔਰ ਜੋ ਜੋ ਵੀ ਸੇਵਾਵਾਂ ਚੱਲ ਰਹੀਆਂ ਨੇ, ਕਿਉਂਕਿ 24 ਆਵਰ ਇੱਥੇ ਗੁਰਬਾਣੀ ਦੀਆਂ ਲਹਿਰਾਂ, ਗੁਰਬਾਣੀ ਦਾ ਅੰਮ੍ਰਿਤ ਵਰਸਦਾ ਏ। ਅੰਮ੍ਰਿਤ ਵੇਲੇ ਨਿਤਨੇਮ ਤੋਂ ਉਪਰੰਤ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ। ਤੇ ਕਦੇ ਕਦੇ ਸੰਗਤਾਂ ਸੇਵਾ ਵੀ ਕਰ ਦਿੰਦੀਆਂ ਨੇ, ਸੇਵਾ ਕਰਨੀ ਚਾਹੀਦੀ ਹੈ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪਾਂ ਗੁਰੂ ਦਾ ਉਪਦੇਸ਼, ਸੇਵਾ ਤੇ ਸਿਮਰਨ ਕਦੇ ਨਾ ਭੁੱਲੀਏ। ਸੋ ਇਹ ਸੀ ਅੱਜ ਦੇ ਪਾਵਨ ਪਵਿੱਤਰ ਵਿਚਾਰ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਜੋਗ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।